ਸਭ ਨੂੰ ਜੈ ਮਸੀਹ ਦੀ। ਜੈ ਮਸੀਹ ਦੀ, ਜੈ ਮਸੀਹ ਦੀ ਜੀ। ਹਾਂਜੀ ਆਪਾਂ ਪਿਛਲੇ 26 ਆਇਤ ਤੱਕ ਪ੍ਰਕਾਸ਼ ਦੀ ਪੋਥੀ 21 ਦੀ 26 ਤੱਕ ਆਪਾਂ ਕਰ ਲਿਆ ਜੀ। ਅਤੇ ਆਪਾਂ ਹੁਣ ਹੁਣ ਆਪਾਂ ਕਰਦੇ ਹੈਗੇ ਅਗਲੀ ਆਇਤ 21 ਦੀ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ 21 ਦੀ 27ਵੀਂ ਆਇਤ ਸ਼ੁਰੂ। ਆਖਰੀ ਆਇਤ ਹੈ। ਹਾਂਜੀ, ਇਹ ਚੈਪਟਰ ਦੀ ਇਹ ਆਖਰੀ ਆਇਤ ਹੈ। ਉਸ ਤੋਂ ਬਾਅਦ ਫਿਰ ਆਪਣਾ 22ਵਾਂ ਆਖਰੀ ਚੈਪਟਰ ਪ੍ਰਕਾਸ਼ ਦੀ ਪੋਥੀ ਦਾ ਸ਼ੁਰੂ ਹੋ ਜਾਏਗਾ। ਹਾਂਜੀ ਜੀ। ਉਹਦੇ ਵਿੱਚ ਲਿਖਿਆ ਹੈ 27ਵੀਂ ਆਇਤ ਦੇ ਵਿੱਚ 21 ਦੀ 27 ਦੇ ਵਿੱਚ, ਪਰ ਕੋਈ ਅਪਵਿੱਤਰ ਮਤਲਬ ਜਿਹੜੀ ਵਸਤੂ ਪਵਿੱਤਰ ਨਹੀਂ ਹੈਗੀ, ਕੋਈ ਵੀ ਅਪਵਿੱਤਰ ਵਸਤੂ ਜਾਂ ਕੋਈ ਘਿਨਾਉਣਾ ਅਤੇ ਝੂਠਾ ਕੰਮ ਕਰਨ ਵਾਲਾ ਉਸ ਵਿੱਚ ਕਦੇ ਨਾ ਵੜੇਗਾ, ਪਰ ਨਿਰੇ ਉਹ ਜਿਹੜੇ ਲੇਲੇ ਦੀ ਜੀਵਨ ਦੀ ਪੋਥੀ ਵਿੱਚ ਲਿਖੇ ਹੋਏ ਹਨ, ਉਹ ਹੀ ਉਹਦੇ ਵਿੱਚ ਵੜੂਗੇ। ਹਾਂਜੀ, ਅਸਲ ਵਿੱਚ ਇਸ ਆਇਤ ਨੂੰ ਜਦੋਂ ਅਸੀਂ ਪੜ੍ਹ ਰਹੇ ਹਾਂ ਨਾ, ਇੰਝ ਲੱਗ ਰਿਹਾ ਹੈ ਕਿ ਇਹ ਜਿਹੜੇ ਲੋਕ ਨੇ ਇਹ ਵੀ ਉੱਥੇ ਮੌਜੂਦ ਹੋਣਗੇ। ਕਿਹੜੇ ਇਹ ਜਿਹੜੇ ਨੇ, ਇਹ ਤੇ ਹੁਣ ਅਸੀਂ ਇਹ ਪੜ੍ਹ ਰਹੇ ਹਾਂ ਨਾ ਕਿ ਇਹ ਜਿਹੜੇ ਨੇ ਕਿਹੜੇ ਅਸ਼ੁੱਧ ਘਿਨਾਉਣੇ ਕੰਮ ਕਰਨ ਵਾਲੇ, ਝੂਠ ਬੋਲਣੇ ਵਾਲੇ ਇਹ ਉਹਨਾਂ ਪਵਿੱਤਰ ਸੰਤਾਂ ਦੇ ਵਿੱਚ ਸ਼ਾਮਲ ਹੋਣਗੇ। ਉਸ ਦੌਰ ਦੀ ਗੱਲ, ਪਰ ਇੰਜ ਨਹੀਂ ਗਾ। ਦੇਖੋ ਇੰਜ ਨਹੀਂ, ਕਿਉਂਕਿ ਇਹ ਕਿਉਂ ਕਿਹਾ ਗਿਆ ਹੈ? ਕਿਉਂਕਿ ਇਹ ਜਿਹੜੇ ਲੋਕ ਨੇ ਇਹ ਤੇ ਸਕਰੀਨਿੰਗ ਕਰਕੇ, ਮੇਰਾ ਮਤਲਬ ਇਹ ਪ੍ਰਕਾਸ਼ ਦੀ ਪੋਥੀ 20 ਦੀ 11 ਤੋਂ 15 ਦੇ ਵਿੱਚ ਹੀ ਮੁੱਕ ਜਾਣੇ ਨੇ। ਫਿਰ ਇਹਨਾਂ ਦਾ ਜ਼ਿਕਰ ਇੱਥੇ ਕਿਉਂ ਆ ਰਿਹਾ? ਅੱਛਾ, ਇਹ ਇਸ ਆਇਤ ਦੇ ਵਿੱਚ ਇਸ ਲਈ ਵਿੱਚ ਚੇਤਾਵਨੀ ਦਿੱਤੀ ਗਈ ਹੈ, ਨਸੀਹਤ ਕੀਤੀ ਗਈ ਹੈ ਪੜ੍ਹਨ ਵਾਲਿਆਂ ਨੂੰ ਜਿਹੜੇ ਹੁਣ ਜ਼ਿੰਦਾ ਨੇ, ਕਿ ਜੇ ਤੇ ਤੁਸੀਂ ਉਸ ਸ਼ਹਿਰ ਦੇ ਵਿੱਚ ਜਾਣਾ ਹੈ, ਦੇਖੋ ਅਸੀਂ ਹੁਣੇ ਤਿਆਰੀ ਕਰ ਰਹੇ ਹਾਂ ਨਾ, ਤੇ ਇਸ ਗੱਲ ਨੂੰ ਸਮਝ ਲਈਏ ਕਿ ਉੱਥੇ ਇਹੋ ਜਿਹੀਆਂ ਚੀਜ਼ਾਂ ਜਾ ਹੀ ਨਹੀਂ ਸਕਦੀਆਂ। ਇਹ ਨਹੀਂ ਕਿ ਉਦੋਂ ਇਹ ਵੀ ਲੋਕ ਹੋਣਗੇ, ਇਹ ਵਚਨ ਦੱਸ ਰਿਹਾ ਹੈ। ਸੋ ਇਸ ਲਈ ਇਹ ਸਾਨੂੰ ਇੱਕ ਪੜ੍ਹਨ ਵਾਲਿਆਂ ਨੂੰ ਨਸੀਹਤ ਦਿੱਤੀ ਜਾ ਰਹੀ ਹੈ ਕਿ ਭਾਈ ਪਹਿਲੇ ਤਾਂ ਅਸਾਂ ਇਹ ਵੇਖਿਆ ਉੱਥੇ ਤੇ ਅਸ਼ੁੱਧ ਲੋਕ ਹੋਣੇ ਨਹੀਂ, ਉੱਥੇ ਇਹ ਚੀਜ਼ਾਂ ਜਿਨ੍ਹਾਂ ਦੀ ਲਿਸਟ ਹੈ ਉਹ ਲੋਕ ਨਹੀਂ ਹੋਣਗੇ। ਲੇਕਿਨ ਇਹ ਸਾਡੀ ਨਸੀਹਤ ਲਈ ਹੈ ਕਿ ਜੇ ਤੁਸੀਂ ਜਾਣਾ ਹੈ ਤੇ ਨਾ ਸੋਚਿਓ ਕਿ ਅਸੀਂ ਵੀ ਉਹਦੇ ਦਾਖਲ ਹੋ ਜਾਵਾਂਗੇ, ਹੋ ਹੀ ਨਹੀਂ ਸਕਦੇ। ਤੇ ਇਹ ਦੱਸ ਰਹੀ ਆਇਤ ਕਿ ਹੁਣੇ ਹੀ ਫੈਸਲਾ ਕਰਕੇ ਆਪਣੇ ਆਪ ਨੂੰ ਪ੍ਰਭੂ ਯਿਸੂ ਮਸੀਹ ਦੇ ਅਧੀਨ ਕਰ ਦਿਓ, ਉਹਨੂੰ ਆਪਣਾ ਮੁਕਤੀਦਾਤਾ ਗ੍ਰਹਿਣ ਕਰ ਲਓ, ਤੇ ਤਾਂ ਤੁਹਾਡੇ ਕੋਲ ਟਿਕਟ ਹੋਣੀ ਹੈ ਕਿ ਤੁਸੀਂ ਜਾ ਸਕੋ, ਵਰਨਾ ਨਹੀਂ ਜਾ ਸਕਦੇ। ਠੀਕ ਹੈ। ਤੇ ਨਾ ਕੀ ਇਹਦੇ ਸ਼ਰਤ ਕੀ ਹੈ? ਜਿਨ੍ਹਾਂ ਦੇ ਨਾਂ ਲੇਲੇ ਦੀ ਕਿਤਾਬੇ ਹਯਾਤ ਦੇ ਵਿੱਚ, ਯਾਨੀ ਕਿ ਇਹਨੂੰ ਕਹਿ ਲਓ ਕਿ ਲੈਂਬਸ ਬੁੱਕ ਆਫ ਲਾਈਫ ਦੇ ਵਿੱਚ ਨਹੀਂ ਲਿਖੇ ਹੋਣਗੇ, ਉਹ ਨਹੀਂ ਜਾ ਰਹੇ। ਇਸ ਲਈ ਹੁਣੇ ਹੀ ਦਰਜ ਕਰਾ ਲਓ, ਐਂਟਰ ਕਰਾ ਲਓ। ਠੀਕ ਹੈ। ਇਹ ਨਹੀਂ ਜੇ ਆਇਤ ਪੜ੍ਹਨ ਤੋਂ ਇੰਝ ਲੱਗ ਰਿਹਾ ਇਹ ਤਾਂ ਮਤਲਬ ਉੱਥੇ ਇਹੋ ਜਿਹੇ ਲੋਕ ਵੀ ਹੋਣਗੇ ਜਿਹੜੇ ਨਹੀਂ ਜਾ ਸਕਦੇ। ਨਹੀਂ, ਇਹ ਮੈਨੂੰ ਤੁਹਾਨੂੰ ਦੱਸਿਆ ਜਾ ਰਿਹਾ ਕਿ ਹੁਣੇ ਹੀ ਤੌਬਾ ਕਰ ਲਓ, ਪ੍ਰਭੂ ਯਿਸੂ ਨੂੰ ਜੋ ਹੀ ਤੁਸੀਂ ਮੁਕਤੀਦਾਤਾ ਗ੍ਰਹਿਣ ਕਰਦੇ ਹੋ, ਤੁਹਾਡਾ ਨਾਂ ਜੀਵਨ ਦੀ ਪੁਸਤਕ ਵਿੱਚ ਲਿਖਿਆ ਜਾਂਦਾ ਹੈ। ਉੱਥੇ ਉਹ ਹੀ ਵੜ ਸਕਦੇ ਨੇ ਜਿਨ੍ਹਾਂ ਦੇ ਨਾਂ ਬਰੇ ਦੀ ਕਿਤਾਬੇ ਹਯਾਤ ਦੇ ਵਿੱਚ, ਮੈਂ ਇਸ ਲਈ ਉਰਦੂ 'ਚ ਬੋਲ ਰਿਹਾ ਤਾਂ ਕਿ ਬਰੇ ਦੀ ਸਦਾ ਦੇ ਜੀਵਨ ਦੀ ਕਿਤਾਬ ਵਿੱਚ ਲਿਖੇ ਹੋਣਗੇ, ਉਹ ਜਾਣਗੇ। ਇਹਦੇ ਵਿੱਚ ਕੋਈ ਸਵਾਲ ਹੈ ਤੇ ਬਸ ਠੀਕ ਹੈ। ਇਹ ਉਦੋਂ ਨਹੀਂ ਕਿ ਇਹ ਲੋਕ ਹੋਣਗੇ। ਹਾਂ, ਕਿਉਂਕਿ ਪਰਮੇਸ਼ਰ ਕਹਿੰਦਾ ਇੱਥੇ ਲਿਖਿਆ ਪਵਿੱਤਰ ਹੀ ਹੋਗਾ। ਹੁਣ ਤਾਂ ਹੀ ਵਾਰ-ਵਾਰ ਰੱਬ ਵਚਨ 'ਚ ਲਿਖਿਆ ਪਵਿੱਤਰ ਬਣੋ ਜਿਸ ਤਰ੍ਹਾਂ ਮੈਂ ਪਵਿੱਤਰ ਹੈ। ਹਾਂਜੀ, ਰੱਬ ਤਾਂ ਚਾਹੁੰਦਾ ਹੈ ਉੱਥੇ ਲੋਕੀ ਆਉਣ, ਹਾਂਜੀ, ਪਰ ਪਵਿੱਤਰ ਬਣੋ। ਹਾਂਜੀ, ਦੁਆ ਕਰੋ ਕਿ ਇਹ 21 ਚੈਪਟਰ ਮੁੱਕ ਗਿਆ ਤੇ 22 ਸ਼ੁਰੂ ਕਰੀਏ। ਹਾਲੇ ਸ਼ੁਕਰਗੁਜ਼ਾਰੀ ਕਰੋ। ਹਾਂਜੀ, ਹਾਲੇਲੂਇਆ। ਪਰਮੇਸ਼ਰ ਪਿਤਾ ਆਪ ਦਾ ਸ਼ੁਕਰ ਕਰਦੇ ਹਾਂ, ਆਪ ਦੀ ਦਇਆ ਰਹਿਮ ਕਿਰਪਾ ਦੇ ਲਈ। ਪਿਛਲੇ ਕੁਝ ਸਾਲਾਂ ਤੋਂ ਪਰਮੇਸ਼ਰ ਪਿਤਾ ਬੁੱਕ ਆਫ ਰੈਵਲੇਸ਼ਨ ਸ਼ੁਰੂ ਕੀਤਾ ਪਰਮੇਸ਼ਰ ਪਿਤਾ, ਔਰ ਆਪ ਹੀ ਨੇ ਆਪਣੇ ਪਵਿੱਤਰ ਆਤਮਾ ਦੁਆਰਾ ਸਾਨੂੰ ਇੱਥੇ ਤੱਕ ਪਹੁੰਚਾਇਆ ਪਰਮੇਸ਼ਰ ਪਿਤਾ। ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ। ਹੁਣ ਅਸੀਂ ਆਖਰੀ ਚੈਪਟਰ ਦੇ ਵਿੱਚ, ਆਖਰੀ ਅਧਿਆਏ ਦੇ ਵਿੱਚ ਜਾ ਰਹੇ ਹਾਂ ਪਰਮੇਸ਼ਰ ਪਿਤਾ, 22ਵੇਂ ਚੈਪਟਰ ਦੇ ਵਿੱਚ। ਉਹਨੂੰ ਵੀ ਪਰਮੇਸ਼ਰ ਪਿਤਾ ਆਪ ਹੀ ਮੁਕੰਮਲ ਕਰਵਾਉਣਾ, ਸਾਨੂੰ ਇਸ ਦੀ ਸਟੱਡੀ ਜਿਸ ਤਰ੍ਹਾਂ ਆਪ ਚਾਹੁੰਦੇ ਹੋ ਪਰਮੇਸ਼ਰ ਪਿਤਾ। ਇਹ ਵਚਨ ਪਰਮੇਸ਼ਰ ਪਿਤਾ, ਇਹ ਜਿੰਦਾ ਜਾਗਦਾ ਵਚਨ ਆ। ਇਸ ਦੇ ਵਿੱਚ ਬੜੇ ਕੀਮਤੀ ਕੁੱਜੇ
ਭੇਦ ਹਨ ਪਰਮੇਸ਼ਰ ਪਿਤਾ। ਇਹ ਸਾਡੀ ਇੱਕ ਛੋਟੀ ਜਿਹੀ ਕੋਸ਼ਿਸ਼ ਹੈ, ਇਸ ਨੂੰ ਅਸੀਂ ਪਰਮੇਸ਼ਰ ਪਿਤਾ ਸਮਝ ਕੇ, ਜਿੰਨਾ ਕੁ ਆਪ ਸਾਨੂੰ ਸਮਝ ਦਿੰਦੇ ਹੋ, ਬ੍ਰਦਰ ਇਕਬਾਲ ਜੀ ਨੂੰ ਸਮਝ ਦਿੰਦੇ ਹੋ, ਉਸ ਦੇ ਵਿੱਚੋਂ ਪਰਮੇਸ਼ਰ ਪਿਤਾ ਅਸੀਂ ਗੱਲਬਾਤ ਕਰ ਸਕੀਏ ਔਰ ਦੂਸਰਿਆਂ ਤੱਕ ਪਹੁੰਚਾ ਸਕੀਏ ਪਰਮੇਸ਼ਰ ਪਿਤਾ। ਔਰ ਇਹ ਬਚਨ ਤਾਂ ਇੰਨਾ ਗਹਿਰਾ ਹੈ ਪਰਮੇਸ਼ਰ ਪਿਤਾ, ਅਸੀਂ ਤਾਂ ਮਾੜਾ ਮਾੜਾ ਸਿਰਫ ਬਾਹਰੋਂ ਹੀ ਦੇਖਿਆ ਹੈ ਪਰਮੇਸ਼ਰ ਪਿਤਾ। ਇਸ ਬਚਨ ਦੀਆਂ ਗਹਿਰਾਈਆਂ ਨੂੰ ਪਰਮੇਸ਼ਰ ਪਿਤਾ ਆਪ ਹੀ ਜਾਣ ਸਕਦੇ ਹੋ। ਇਸ ਦੇ ਭੇਦ, ਇਸ ਦੇ ਜਿੰਨਾ ਵੀ ਬੋਲਿਆ ਜਾਏ ਆਪ ਦੇ ਇੱਕ ਇੱਕ ਆਇਤ ਦੇ ਉੱਪਰ ਪਰਮੇਸ਼ਰ ਪਿਤਾ ਥੋੜ੍ਹਾ ਹੈ ਪਰਮੇਸ਼ਰ ਪਿਤਾ। ਆਪ ਦਾ ਬਚਨ ਮਹਾਨ ਹੈ ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ। ਇਹ ਕੋਈ ਜਿਹੜਾ ਬਾਈਬਲ ਸਟੱਡੀ ਅਸੀਂ ਕਰ ਰਹੇ ਹਾਂ ਪਰਮੇਸ਼ਰ ਪਿਤਾ, ਇਹ ਮੁਕੰਮਲ ਨਹੀਂ ਹੈ। ਜੋ ਬਾਈਬਲ ਸਟੱਡੀ ਇੱਕ ਇੱਕ ਆਇਤ 'ਤੇ ਕੀਤੀ ਹੈ, ਇਹ ਮੁਕੰਮਲ ਨਹੀਂ ਹੈ। ਅਸੀਂ ਸਿਰਫ ਥੋੜ੍ਹਾ ਥੋੜ੍ਹਾ ਬਿਆਨ ਹੀ ਕੀਤਾ ਹੈ। ਇਸ ਦੇ ਵਿੱਚ ਹੋਰ ਬਹੁਤ ਸਾਰੇ ਭੇਦ ਹਨ ਪਰਮੇਸ਼ਰ ਪਿਤਾ। ਆਪ ਆਪਣੇ ਦਾਸਾਂ ਨੂੰ ਦੱਸਦੇ ਹੋ, ਜਿਸ 'ਤੇ ਪਰਮੇਸ਼ਰ ਪਿਤਾ ਆਪ ਜੀ ਦੀ ਦਇਆ ਰਹਿਮ ਹੁੰਦੀ ਹੈ ਪਰਮੇਸ਼ਰ ਪਿਤਾ। ਆਪ ਦਾ ਸ਼ੁਕਰ ਕਰਦੇ ਹਾਂ ਜਿੰਨਾ ਆਪ ਨੇ ਸਾਨੂੰ ਸਮਝ ਦਿੱਤੀ ਔਰ ਅਸੀਂ ਇਸ ਬਚਨ ਨੂੰ ਸਮਝ ਸਕੀਏ ਆਪ ਦੇ, ਔਰ ਅਸੀਂ ਅੱਗੇ ਰਿਕਾਰਡ ਕਰਕੇ ਪਰਮੇਸ਼ਰ ਪਿਤਾ ਦੂਸਰਿਆਂ ਤੱਕ ਪਹੁੰਚਾ ਸਕੇ। ਇਹ ਸਿਰਫ ਤੇ ਸਿਰਫ ਆਪ ਜੀ ਦੀ ਦਇਆ ਰਹਿਮ ਕਿਰਪਾ ਹੈ ਔਰ ਇਸ ਦਾ ਸਾਰਾ ਜਲਾਲ, ਸਾਰੀ ਮਹਿਮਾ ਆਪ ਜੀ ਨੂੰ ਦਿੰਦੇ ਹਾਂ ਪਰਮੇਸ਼ਰ ਪਿਤਾ। ਇਸ ਦਾ ਤਾਂ ਪੂਰੀ ਤੱਕ ਗਹਿਰਾਈ ਤੱਕ ਜਾਣਾ ਪਰਮੇਸ਼ਰ ਪਿਤਾ ਸਾਡਿਆਂ ਦੇ ਲਈ, ਸਾਡੇ ਇਸ ਬਸ ਦੇ ਵਿੱਚ ਨਹੀਂ ਪਰਮੇਸ਼ਰ ਪਿਤਾ। ਇਹ ਆਪ ਜੀ ਦੀ ਹੀ ਦਇਆ ਰਹਿਮ ਕਿਰਪਾ ਹੈ ਔਰ ਆਪ ਦਾ ਸ਼ੁਕਰ ਕਰਦੇ ਹਾਂ ਔਰ ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਦੇ ਨਾਮ ਵਿੱਚ। ਹਾਲੇਲੂਇਆ। ਲਓ ਜੀ, 22 ਚੈਪਟਰ, ਆਖਰੀ ਚੈਪਟਰ ਨੂੰ ਅਸੀਂ ਸ਼ੁਰੂ ਕਰਨ ਲੱਗੇ ਹਾਂ। ਹਾਂਜੀ ਹਾਂਜੀ। ਸੋ ਛੋਟਾ ਜਿਹਾ ਇੰਟਰੋਡਕਸ਼ਨ ਦੇ ਦਈਏ ਇਹਦਾ 22 ਚੈਪਟਰ ਦਾ। ਚਲੋ ਪਹਿਲੀ ਆਇਤ ਪੜ੍ਹ ਦਿਓ, ਆਇਤ ਤੋਂ ਅਸੀਂ ਅੱਗੇ ਫਿਰ ਇੰਟਰੋਡਕਸ਼ਨ ਦੇ ਕੇ ਤੇ ਫਿਰ ਵਰਸ ਬਾਈ ਵਰਸ ਕਰਾਂਗੇ ਜੀ। ਹਾਂਜੀ, ਪਹਿਲੀ ਆਇਤ ਦੇ ਵਿੱਚ ਲਿਖਿਆ ਹੈ, ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ 22 ਦੀ ਪਹਿਲੀ ਦੇ ਵਿੱਚ, ਉਸ ਦੇ ਅੰਮ੍ਰਿਤ ਜਲ ਦੀ ਇੱਕ ਨਦੀ ਬਲੋਰ ਵਾਂਗੂ ਉਜਲ ਪਰਮੇਸ਼ਰ ਅਤੇ ਲੇਲੇ ਦੇ ਸੰਘਾਸਣ ਵਿੱਚੋਂ ਨਿਕਲਦੀ ਉਸ ਨਗਰੀ ਦੇ ਚੌਂਕ ਦੇ ਵਿਚਕਾਰ ਮੈਨੂੰ ਵਿਖਾਈ। ਹਾਲੇਲੂਇਆ। ਹਾਂਜੀ। ਸੋ ਅਸੀਂ 21 ਚੈਪਟਰ ਵਿੱਚ ਇਹ ਗੱਲ ਦੇਖੀ ਸੀ ਕਿ ਯਹੋਨਾ ਨੂੰ 21 ਚੈਪਟਰ ਵਿੱਚ ਉਹ ਸਾਰੀ ਚੀਜ਼ਾਂ ਦਾ ਨਇਆ ਆਰਡਰ ਦਿਖਾਇਆ ਗਿਆ। ਯਾਨੀ ਕੀ ਦਿਖਾਇਆ ਗਿਆ? ਨਈ ਧਰਤੀ, ਨਈ ਆਕਾਸ਼, ਯਰੂਸ਼ਲਮ ਦੇ ਬਾਰੇ 'ਚ ਹੈ। ਕਿਉਂਕਿ ਪਹਿਲਾ ਆਕਾਸ਼ ਤੇ ਪਹਿਲੀ ਧਰਤੀ ਜਿਹੜੀ ਸੀ ਉਹ ਸਫੇਦ ਤਖਤ ਦੀ ਅਦਾਲਤ ਵਿੱਚ ਅਸੀਂ ਦੇਖਿਆ ਕਿ ਉਹ ਗਾਇਬ ਹੋ ਗਈ, ਮਤਲਬ ਭੱਜ ਗਈ। ਤੋਂ ਮੁਰਾਦ ਇਹ ਵੇ ਕਿ ਉਹ ਹੀ ਫਿਰ ਰਿਨਿਊ ਹੋ ਕੇ ਹੁਣ ਇੱਥੇ ਆਏਗੀ। ਠੀਕ ਹੈ। ਸੋ ਇਹ ਹੁਣ ਵਚਨ ਦੱਸ ਰਿਹਾ ਹੈ ਕਿ ਨਏ ਯਰੂਸ਼ਲਮ ਨੂੰ ਬਰਾ ਦੀ ਜਿਹੜਾ ਨਾ ਨਇਆ ਯਰੂਸ਼ਲਮ 21 ਚੈਪਟਰ ਦੀ ਥੋੜ੍ਹਾ ਜਿਹਾ ਦੇਖ ਰਹੇ ਹਾਂ ਕਿ ਜਿਹੜਾ ਨਇਆ ਯਰੂਸ਼ਲਮ ਹੈ ਇਹਨੂੰ ਵੀ ਲੇਲੇ ਦੀ ਵੋਟੀ ਕਿਹਾ ਗਿਆ, ਯਾਨੀ ਕਿ ਬਰਾਈਡ ਆਫ ਲੈਮ ਕਿਹਾ ਗਿਆ। ਇਹਨੂੰ ਵੀ ਅਸੀਂ ਦੇਖਿਆ ਸੀ ਕਿਉਂ ਜੇ ਅਸੀਂ ਸਾਰੇ ਜਿਹੜੇ ਜਿਨ੍ਹਾਂ ਦਾ ਨਇਆ ਜੀਵਨ ਹੋ ਗਿਆ ਉਹਨਾਂ ਨੂੰ ਇਹ ਯਰੂਸ਼ਲਮ ਜਿਹੜਾ ਹੈ ਨਇਆ ਅੰਬਰੇਸ ਕਰ ਰਿਹਾ, ਯਾਨੀ ਸਾਨੂੰ ਆਪਣੀ ਬੁੱਕਲ ਵਿੱਚ ਲਿਆ ਇਸ ਲਈ, ਕਿਉਂਕਿ ਲਿਖਿਆ ਨਾ ਲੇਲੇ ਦੀ ਕਿਤਾਬ ਵਿੱਚ ਜਿਹਦਾ ਨਾਂ ਦਰਜ ਹੋਊਗਾ ਉਹ ਹੀ ਉੱਥੇ ਜਾਊਗਾ। ਇਸ ਉਹਦੀ ਬਰਾਈਡ ਵਿੱਚ ਇੱਥੇ ਫਿਰ ਉਹਨੇ 21 ਚੈਪਟਰ ਦੀ ਦੂਸਰੀ ਤੇ 9ਵੀਂ ਆਇਤ ਦੇ ਵਿੱਚ ਇਹ ਨਇਆ ਯਰੂਸ਼ਲਮ ਯਿਸੂ ਦੀ ਦੁਲਹਨ ਦੇ ਤੌਰ ਤੇ ਉਹਨੇ ਵੇਖਿਆ। ਇਹ ਰੋਇਆ ਜਿਹੜੀ ਹੈ ਨਾ, ਇਹ ਵਿਜ਼ਨ ਦਰਸ਼ਨ ਦੋ ਹਿੱਸਿਆਂ 'ਚ ਉਹਨੇ ਦੇਖਿਆ। ਥੋੜ੍ਹਾ ਜਿਹਾ ਦੁਹਰਾ ਲਈਏ ਹੁਣ ਫਿਰ। ਨੰਬਰ 1 ਕਿ ਉਹਨੇ ਇੱਕ ਇਟਰਨਲ ਆਰਡਰ ਜਾਂ ਉਹਨੂੰ ਕਹਿ ਲਓ ਸਦਾ ਦਾ ਇੱਕ ਆਰਡਰ ਵੇਖਿਆ, ਜਿਹੜਾ ਅਸੀਂ ਆਲਰੇਡੀ ਸਟੱਡੀ ਕਰ ਚੁੱਕੇ ਹਾਂ। ਉਹਦਾ ਨਜ਼ਾਰਾ ਦਿਖਾਇਆ ਗਿਆ ਉਹਨੂੰ 21 ਚੈਪਟਰ ਵਿੱਚ ਕੀ ਹੋਣਾ ਹੈ ਨਾ। ਠੀਕ ਹੈ। ਯਾਨੀ ਨਇਆ ਧਰਤੀ, ਨਇਆ ਆਕਾਸ਼ ਵਿੱਚ ਹੈ ਨਾ, ਇਹ ਸਾਰਾ ਕੁਝ 21 ਚੈਪਟਰ ਵਿੱਚ। ਹੁਣ ਦੂਸਰੇ ਹਿੱਸੇ ਦੇ ਵਿੱਚ ਉਹਦੇ ਵਿੱਚ 21 ਚੈਪਟਰ ਦੇ ਵਿੱਚ ਦੂਸਰਾ ਦੇ ਵਿੱਚ ਫਰਿਸ਼ਤਾ ਯੂਹੰਨਾ ਨੂੰ ਇੱਕ ਨਏ ਯਰੂਸ਼ਲਮ ਦਾ ਡਿਟੇਲਡ ਟੂਰ ਕਰਾ ਰਿਹਾ ਹੈ। ਪਹਿਲੇ ਤੇ ਦੱਸਿਆ ਹੋਏਗਾ, ਉਤਰਦਿਆਂ ਵੇਖਿਆ ਹੋ ਰਿਹਾ, ਫਿਰ ਹੁਣ ਇੰਟਰਨਲ ਕੀ ਕਹਿੰਦੇ ਨੇ, ਡਿਟੇਲਡ ਟੂਰ, ਯਾਨੀ ਕੀ ਵਿਸਤਾਰ ਵਿੱਚ
ਹੈ ਡਿਟੇਲ ਮਤਲਬ ਵਿਸਥਾਰ ਦੇ ਵਿੱਚ, ਵਿਸਤਾਰ ਦੇ ਵਿੱਚ, ਕੱਲੀ ਮਤਲਬ ਚੀਜ਼ ਦਿਖਾ ਰਿਹਾ ਮਤਲਬ, ਜਿਹਦੇ ਵਿੱਚ ਉਹਨੇ ਫਿਰ ਸ਼ਹਿਰ ਦੀ ਪੈਮਾਇਸ਼ ਦੱਸੀ 21 ਚੈਪਟਰ ਵਿੱਚ 1500 ਮੀਲ ਲੰਮਾ ਯਾਨੀ 12000 ਫਰਲਾਂਗ ਹੈ ਨਾ, ਤੇ 1500 ਮੀਲ ਚੌੜਾ ਤੇ 1500 ਮੀਲ ਉੱਚਾ, ਇਹ ਸਾਰੀ ਯਾਨੀ ਐਡੀਸ਼ਨਲ ਥੋੜਾ ਉਹਨੂੰ ਹੌਲੇ ਹੌਲੇ ਐਡੀਸ਼ਨਲ ਇਨਫੋਰਮੇਸ਼ਨ ਦਿੱਤੀ। ਠੀਕ ਹੈ, ਸੋ ਇਹ ਸੀ ਪਿਛਲਾ। ਹੁਣ ਪਹਿਲੀ ਆਇਤ ਜਿਹੜੀ ਤੁਸੀਂ ਪੜ੍ਹੀ ਹੈ ਇਹਨੂੰ ਇੱਕ ਵਾਰੀ ਪੜ੍ਹ ਦਿਓ ਤੇ ਇੱਥੋਂ ਫਿਰ ਦੁਬਾਰਾ, ਸੋ ਇਹ ਅਸੀਂ ਥੋੜਾ ਜਿਹਾ ਹਲਕਾ ਜਿਹਾ ਨਜ਼ਾਰਾ। ਮੈਂ ਚਾਹੁੰਦਾ ਇੱਕ ਵਾਰੀ ਇੰਗਲਿਸ਼ 'ਚ ਪੜ੍ਹਦੀ ਨਾਲ ਜੀ, ਹੈ ਨਾ? ਐਗਜ਼ੈਕਟਲੀ, ਹਾਂਜੀ ਪੜ੍ਹਦੀ ਇੱਕ ਬੁੱਕ ਆਫ ਰੈਵਲੇਸ਼ਨ ਉਹਦਾ 22ਵੇਂ ਚੈਪਟਰ ਦੀ ਇੱਕ ਪਹਿਲੀ ਕਿਹੜੀ ਟ੍ਰਾਂਸਲੇਸ਼ਨ ਵਿੱਚੋਂ ਪੜ੍ਹਦੇ ਹੋ? ਬਾਈਬਲ ਤੇ ਇੱਕ ਹੀ ਹੈ ਟ੍ਰਾਂਸਲੇਸ਼ਨ, NIV, ਚਲੋ ਇਹਦੇ ਵਿੱਚ ਪੜ੍ਹਦੇ। ਹਾਂਜੀ। Then the angel showed me the river of the water of life, as clear as crystal, flowing from the throne of God and of the Lamb. ਸੋ ਇਹ ਹੁਣ ਉਹਨੂੰ ਫਰਿਸ਼ਤਾ ਹੁਣ ਗਾਂ ਹੋਰ ਲੈ ਕੇ ਜਾ ਰਿਹਾ, ਥਰੋਨ ਤੱਕ ਲੈ ਗਿਆ, ਥਰੋਨ ਤੱਕ ਲੈ ਗਿਆ। ਬਿਲਕੁਲ। ਹੁਣ ਜਿਹੜਾ ਨਾ ਦ ਬੁੱਕ ਆਫ ਰੈਵਲੇਸ਼ਨ 7 ਦੀ 17 ਸਾਨੂੰ ਇਹ ਦੱਸਦੀ ਹੈ ਕਿ ਬਰਾ ਤਖਤ ਦੇ ਵਿੱਚ ਤੇ ਉਹਦੀ ਉਹ ਸਾਡੀ ਉਹ ਆਲੀ ਹੈ, ਯਾਨੀ ਉਹ ਗੱਲਾਬਾਨੀ ਕਰ ਰਿਹਾ, ਤੇ ਸਾਨੂੰ ਕੁਛ ਇਸ ਵਰਸ ਵਿੱਚ ਮੇਨ ਕੋਈ ਪਾਣੀਆਂ ਦਾ ਜ਼ਿਕਰ ਹੋ ਰਿਹਾ। ਤੇ ਇਹ ਜਿਹੜੀ ਹੈ ਨਾ ਰੈਵਲੇਸ਼ਨ ਮੁਕਾਸ਼ਵਾ 7 ਦੀ 17 ਦੇ ਵਿੱਚ ਹੈ ਜੀ, ਉਹਦੇ 'ਚ ਇਹ ਦੱਸਿਆ ਹੈ ਕਿ ਉਹ ਕਹਿ ਰਿਹਾ ਮੈਂ ਜੀਵਨ ਦੇ ਪਾਣੀਆਂ ਕੋਲ ਤੁਹਾਨੂੰ ਲੈ ਕੇ ਜਾਵਾਂਗਾ। ਠੀਕ ਹੈ, ਤੇ ਪਵਿੱਤਰ ਜਿਹੜਾ ਸਾਡਾ ਪਿਤਾ ਵੇ ਹੈ ਉਹ ਸਾਡੇ ਉਹਨਾਂ ਲੋਕਾਂ ਦੀਆਂ ਅੱਖੀਆਂ ਦੇ ਆਂਸੂ ਪਹੁੰਚ ਦੇਗਾ। ਇਹ ਜਿਹੜੀ ਇਹ ਰੈਵਲੇਸ਼ਨ 7 ਦੇ ਵਿੱਚ ਵੀ ਇਹਦਾ ਥੋੜ੍ਹਾ ਜਿਹਾ ਜ਼ਿਕਰ ਦੱਸਿਆ ਗਿਆ। ਸੋ ਇਹ ਆਇਤ ਸਾਨੂੰ ਜਿਹੜੀ ਹੈ ਨਾ ਪਹਿਲੀ ਆਇਤ ਜਿਹੜੀ 22 ਦੀ ਪਹਿਲੀ ਆਇਤ ਹੈ, ਇਹ ਨਏ ਯਰੂਸ਼ਲਮ ਦੇ ਪਾਣੀ ਦੇ ਮੁਤਲਕ ਕੁਝ ਦੱਸ ਰਹੀ ਹੈ, ਫੋਕਸ ਹੈ। ਸ਼ਹਿਰ ਦੇ ਵਿੱਚ ਹੁਣ ਤੇ ਗੱਲ ਸੁਣੋ, ਇੱਕੋ ਹੀ ਉਹ ਚਸ਼ਮਾ ਬਹਿ ਰਿਹਾ ਜਿਹਦੇ ਨਾਲ ਉਹ ਹੁਣ ਦੇ ਯਰੂਸ਼ਲਮ ਵਿੱਚ ਜਿਹਦਾ ਇਸਕੀਐਲ ਵਿੱਚ ਵੀ ਜ਼ਿਕਰ ਹੈ ਉਹਦੇ ਨਾਲ, ਲੇਕਿਨ ਉਦੋਂ ਇਹ ਜਦੋਂ ਨਇਆ ਯਰੂਸ਼ਲਮ ਆਏਗਾ ਜਿਹੜਾ ਕਿ ਹੁਣ ਦਾ ਯਰੂਸ਼ਲਮ ਹੈ, ਇਹ ਵੀ ਉਹਦਾ ਹਿੱਸਾ ਬਣ ਜਾਏਗਾ। ਉਹਦੇ 'ਚ ਪਾਣੀ ਜਿਹੜਾ ਅਬੰਡੈਂਸ ਜਾਂ ਬੜੇ ਬਹੁਤਾਤ ਨਾਲ ਹੋਏਗਾ। ਠੀਕ ਹੈ, ਇੱਥੋਂ 12 ਰਿਵਰਸ ਨਿਕਲਣਗੇ, ਹੈ ਜੀ, 12 ਦਰਿਆ ਨਿਕਲਣਗੇ। ਨਏ ਯਰੂਸ਼ਲਮ ਦੀਆਂ 12 ਸੜਕਾਂ ਨੇ। ਠੀਕ ਹੈ, ਨਏ ਯਰੂਸ਼ਲਮ ਦੇ 12 ਦਰਿਆ ਨਿਕਲਣਗੇ, 12 ਸੜਕਾਂ ਦੇ ਸੈਂਟਰ ਵਿੱਚੋਂ ਹੋ ਕੇ ਤੇ ਇਹ ਨਏ ਯਰੂਸ਼ਲਮ ਦੇ 12 ਦਰਵਾਜ਼ਿਆਂ ਦੇ ਵਿੱਚੋਂ ਇਹ ਵਗਣਗੇ। ਤੇ ਇਹ ਮਤਲਬ ਇਹ ਸੱਚੀ ਦੇ ਪਾਣੀ ਦੀ ਗੱਲ ਹੋ ਰਹੀ ਆ। ਹਾਂਜੀ, ਜਿਹੜਾ ਜਾਂ ਕਿ ਕੋਈ ਇਹ ਸਿੰਬੋਲਿਕ ਪਾਣੀ ਜਿੱਦਾਂ ਪਵਿੱਤਰ ਆਤਮਾ ਨੂੰ ਕਿਹਾ ਗਿਆ ਜਾਂ ਕਿਸ ਤਰ੍ਹਾਂ ਕਿਹਾ ਗਿਆ, ਇਸ ਤਰ੍ਹਾਂ। ਹਾਂਜੀ, ਪਾਣੀ ਤੇ ਤੁਹਾਨੂੰ ਪਤਾ ਹੈ ਕਿ ਪ੍ਰਭੂ ਦੇ ਵਚਨ ਨੂੰ ਹੀ ਕਿਹਾ ਗਿਆ। ਹਾਂਜੀ, ਠੀਕ ਹੈ। ਹਾਂ, ਇਹ ਫਿਰ ਮਤਲਬ ਇਹ ਬਿਲਕੁਲ ਇਹ ਸਹੀ ਪਾਣੀ ਨੇ, ਜਿਹੜਾ ਪਾਣੀ ਗਲਾਸ 'ਚ ਜਿਹਦਾ ਅਸੀਂ ਹੁਣੇ ਜ਼ਿਕਰ ਕਰ ਚੁੱਕੇ ਹਾਂ, ਆਬੇ ਹਯਾਤ, ਯਾਨੀ ਕਿ ਪਾਣੀ ਜਿਹੜਾ ਹੈ ਉਹ ਪੀਣੇ ਵਾਲਾ। ਅੱਛਾ, ਇਸ ਤੋਂ ਇਲਾਵਾ ਲਾਤਾਦਾਦ ਹੋਰ ਉਸ ਜਗ੍ਹਾ 'ਤੇ ਚਸ਼ਮੇ ਨਿਕਲਣਗੇ ਨਏ ਯਰੂਸ਼ਲਮ ਜਾਂ ਇਹਨਾਂ ਸਾਰੀਆਂ ਜਗ੍ਹਾਵਾਂ 'ਚ। ਠੀਕ ਹੈ, ਵੱਡੇ ਸਮੁੰਦਰ ਖਤਮ ਹੋ ਜਾਣਗੇ, ਇਹ ਛੋਟੇ ਦਰਿਆ ਵਗੈਰਾ ਰਹਿਣਗੇ। ਇਹ ਜਿਹਦੇ ਵਿੱਚ ਲੇਕਸ ਕਹਿ ਲਓ, ਝੀਲਾਂ ਵੀ ਹੋਣਗੀਆਂ, ਯਾਨੀ ਇਹਦਾ ਜ਼ਿਕਰ ਹੈ ਰੈਵਲੇਸ਼ਨ 22 ਦੀ 1 ਤੋਂ 2 ਦੇ ਵਿੱਚ, ਤੇ ਰੈਵਲੇਸ਼ਨ 7 ਦੀ 17 'ਚ ਵੀ ਉਹ ਯੂਹੰਨਾ ਨੂੰ ਨਜ਼ਰ ਆਉਂਦਾ ਰਿਹਾ, ਦੱਸਦਾ ਰਿਹਾ ਰੱਬ ਨਾ, ਤੇ ਰੈਵਲੇਸ਼ਨ 14 ਦੀ 7ਵੀਂ ਕਰ। ਅੱਛਾ, ਇਹ ਯੂਹੰਨਾ ਕਹਿ ਰਿਹਾ ਕਿ ਪਾਣੀ ਐਵੇਂ ਹੀ ਹੈ ਜਿਸ ਤਰ੍ਹਾਂ ਕਿ ਕ੍ਰਿਸਟਲ ਕਲੀਅਰ ਨਹੀਂ ਹੁੰਦਾ ਪਾਣੀ, ਯਾਨੀ ਕ੍ਰਿਸਟਲ ਕਲੀਅਰ। ਹਾਂਜੀ, ਬਲੋਰ ਦੀ ਮਾਨਿੰਦ। ਹਾਂ, ਉਹ ਪੰਜਾਬੀ 'ਚ ਬਲੋਰ ਆ, ਇੰਗਲਿਸ਼ ਦੇ ਵਿੱਚ ਹੈਗਾ ਕ੍ਰਿਸਟਲ ਕਲੀਅਰ, ਜਿੱਦਾਂ ਨਾ ਸ਼ੀਸ਼ੇ ਦੇ ਵਿੱਚ ਆਰ ਪਾਰ ਕ੍ਰਿਸਟਲ ਦਾ ਨਾ, ਇਹਨੂੰ ਜਿਹੜਾ ਸਾਫ਼ ਪਾਣੀ, ਇਹਨੂੰ ਜ਼ਿੰਦਗੀ ਦਾ ਪਾਣੀ ਕਿਹਾ ਗਿਆ। ਹਾਂ, ਜੀਵਨ ਦਾ ਪਾਣੀ। ਹਾਂ, ਇਹਦਾ ਮਤਲਬ ਇਹ ਨਹੀਂ ਕਿ ਇਹ ਪਾਣੀ ਜਿਹੜਾ ਹੈ
ਇਹ ਸਾਨੂੰ ਕੋਈ ਹਮੇਸ਼ਾ ਦੀ ਜ਼ਿੰਦਗੀ ਦੇਗਾ ਲੋਕਾਂ ਨੂੰ, ਕਿਉਂਕਿ ਇਹਦਾ ਸੋਰਸ ਜਿਹੜਾ ਹੈ ਉਹ ਪਿਤਾ ਪਰਮੇਸ਼ਵਰ ਤੇ ਪ੍ਰਭੂ ਯਿਸੂ ਮਸੀਹ ਦੇ ਤਖਤ ਵਿੱਚੋਂ ਨਿਕਲ ਰਿਹਾ, ਉਹ ਵੀ ਸੋਰਸ। ਇਹ ਪਾਣੀ ਨਹੀਂ ਕਿ ਪਾਣੀ ਪੀਓਗੇ ਤੇ ਇਹ ਦੇਖ ਲਓ, ਇਹਦਾ ਜ਼ਿਕਰ ਕੀਤਾ ਹੈ ਹਿਜ਼ਕੀਏਲ 47 ਦੀ 1 ਤੋਂ 12 ਤੇ ਜ਼ਕਰਾਇਆ 14 ਦੀ 8। ਜ਼ਕਰਾਇਆ 14 ਦੀ 8। ਅੱਛਾ, ਇਹ ਉਹ ਪਾਣੀ ਹੈ ਜਿਹਦਾ ਵਾਅਦਾ ਪ੍ਰਕਾਸ਼ ਦੀ ਪੋਥੀ 2 ਦੀ 21 ਦੀ 6 ਵਿੱਚ ਕੀਤਾ ਗਿਆ ਹੈ। 21 ਦੀ 6 ਵਿੱਚ ਇਹ ਪ੍ਰਕਾਸ਼ ਦੀ ਪੋਥੀ 21 ਦੀ 6 ਦੇ ਵਿੱਚ ਇਹ ਜਿਹੜੀ ਪੜ੍ਹ ਚੁੱਕੇ ਆ, ਇਹ ਉਹ ਪਾਣੀ ਹੈ ਹਾਂਜੀ ਹਾਂਜੀ ਜਿਹਦਾ ਵਾਅਦਾ ਉੱਥੇ ਕੀਤਾ ਗਿਆ ਹੈ। ਇਸ ਪਾਣੀ ਦਾ ਸੋਰਸ ਖੁਦਾ ਖੁਦ ਹੋਏਗਾ, ਕਿਉਂਕਿ ਉਹਦੇ ਤਖਤ ਤੋਂ ਇਹ ਆ ਰਿਹਾ ਹੈ। ਠੀਕ ਹੈ, ਹਾਂਜੀ ਇਹ ਜਾਰੀ ਹੁੰਦਾ ਹੈ। ਔਰ ਇਹਦੀ ਭਵਿੱਖਬਾਣੀਆਂ ਜਾਂ ਪ੍ਰੋਫਸੀ ਜਿਹੜੀ ਹੈ ਜ਼ਬੂਰ 36 ਉਹਦੀ 8 ਤੇ 9 ਆਏ, ਇਸ ਲਈ ਇਹ ਉਹ ਪਾਣੀ ਹੈ। ਤੇ ਜ਼ਬੂਰ 46 ਦੀ 4 ਆਇਤ, ਇਹ ਜ਼ਰੂਰ ਪੜ੍ਹ ਦਿਓ। 46 ਦੀ ਹਾਂਜੀ 34 ਹਾਂਜੀ। ਤੁਸੀਂ ਕਹਿ ਰਹੇ ਹੋ ਨਾ ਇਹ ਪਾਣੀ ਕੋਈ ਸਿੰਬੋਲਿਕਲੀ ਤੇ ਨਹੀਂ ਹਾਂਜੀ ਕਿ ਪਾਣੀ ਨੂੰ ਕਿਸੇ ਹੋਰ, ਨਹੀਂ, ਇਹ ਸਹੀ ਪਾਣੀ ਹੋਏ। ਹਾਂਜੀ, ਤੇ ਜ਼ਬੂਰ 46 ਦੀ 34 ਤੁਸੀਂ ਕਹਿੰਦੇ ਹੋ ਨਾ। ਓਕੇ, ਬਲਕਿ ਇੱਕ ਗੱਲ ਹੋ ਰਹੀ ਕਿ 1000 ਸਾਲਾ ਬਾਦਸ਼ਾਹੀ 'ਚ ਜਿਹੜਾ ਹੈ ਪ੍ਰਭੂ ਯਿਸੂ ਮਸੀਹ ਦਾ ਜਿੱਥੇ ਥਰੋਨ ਹੈ ਨਾ, ਉਹਦੇ ਥੱਲੋਂ ਵੀ ਇਹ ਪਾਣੀ ਨਿਕਲੇਗਾ, ਪਰ ਉਹ ਸਾਰੀ ਦੁਨੀਆ ਤੱਕ ਨਹੀਂ ਜਾਏਗਾ। ਅੱਛਾ ਅੱਛਾ, ਹਾਂ, ਉਹ ਉਸੇ ਰੇਂਜ ਵਿੱਚ ਰਹੇਗਾ। ਬਹਰਹਾਲ ਇਸ ਲਈ ਮੈਂ ਥੋੜਾ ਟੱਚ ਦੇ ਦਿੱਤਾ। ਹਾਂ ਹਾਂਜੀ 1000 ਸਾਲਾ ਬਾਦਸ਼ਾਹੀ 'ਚ ਵੀ ਯਿਸੂ ਦੇ ਸਕਾਸ਼ਣ ਦੇ ਥੱਲੋਂ ਪਾਣੀ ਨਿਕਲੇਗਾ, ਜਿਹੜਾ 1500 ਮੀਲ ਤੱਕ ਜਾਏਗਾ। ਕਿੰਨਾ? ਜਿੰਨਾ ਯਰੂਸ਼ਲਮ, ਹਾਂਜੀ ਉਸ ਤੋਂ ਗਾਂਹ ਨਹੀਂ ਜਾਣਾ। ਇਹ ਜਿਹੜੇ ਪਾਣੀ ਹੈ ਇਹ ਫਿਰ ਸਾਰਿਆਂ ਨੂੰ ਮਿਲੇਗਾ। ਹਾਂ, ਕਿਹੜੀ ਆਇਤ ਪੜ੍ਹਨੀ ਸੀ? ਦੇਖ ਲਓ ਭਜਨ ਹਾਂ 36 ਦੀ 8 ਤੇ 9 ਓਕੇ ਜੀ। ਤੇ ਜ਼ਬੂਰ 46 ਦੀ 4 ਕਿ ਇਹ ਦੱਸ ਰਹੀ ਹੈ ਕਿ ਇਹ ਤੁਸੀਂ ਕਹਿ ਰਹੇ ਹੋ ਨਾ ਇਹ ਪਾਣੀ ਹੋਣਗੇ ਕਿ ਨਹੀਂ ਹੋਣਗੇ, ਹੈ ਨਾ, ਜਾਂ ਸਿੰਬੋਲਿਕਲੀ। ਉਹ ਮੈਂ ਚਾਹੁੰਦਾ ਕਿ ਇਸ ਵਰਸ ਵਿੱਚ ਅਸੀਂ ਦੇਖ ਲਈਏ। ਹਾਂ, ਇਹ ਪੜ੍ਹ ਦਿਓ ਜੀ। ਹਾਂ 36 ਦੀ ਪੜ੍ਹ ਦਿੰਦੇ ਹਾਂ ਜੀ। 36 ਦੀ 8 ਤੇ 9 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ ਜੀ। ਸਾਂਸ ਭਜਨ ਜ਼ਬੂਰ 36 ਦੀ 8 ਤੇ 9। ਉਹ ਤੇਰੇ ਘਰ ਦੀ ਚਿਕਨਾਈ ਨਾਲ ਰੱਜ ਜਾਣਗੇ ਅਤੇ ਤੂੰ ਆਪਣਾ ਬਿਲਾਸਾਂ ਦੀ ਨਦੀ ਤੋਂ ਉਹਨਾਂ ਨੂੰ ਪਿਲਾਏਗਾ। ਕਿਉਂ ਜੋ ਜੀਉਣ ਦਾ ਚਸ਼ਮਾ ਮੇਰੇ ਮੁੱਢ ਹੈ ਅਤੇ ਚਾਨਣ ਵਿੱਚ ਅਸੀਂ ਚਾਨਣ ਵੇਖਾਂਗੇ। ਹਾਂਜੀ, ਇਹ ਮੁੱਢ ਹੋਈ ਹੈ। ਇਹ ਉਹ ਪਾਣੀ ਹੈ ਜਿਹਦਾ ਦਾਊਦ ਤੇ ਇਹਨਾਂ ਸਾਰਿਆਂ ਨੇ ਜ਼ਿਕਰ ਕੀਤਾ ਹੈ। ਬਲਕਿ ਲਾਸਟ 21 ਦੀ 6ਵੀਂ ਆਇਤ ਵਿੱਚ ਵੀ ਇਹ ਉਹ ਪਾਣੀ ਹੋਣਗੇ। ਤੇ 46 ਦੀ 4 ਦੇਖੋ। 46 ਦੀ 4 ਸਾਮਸ 46 ਹਾਂ ਦੀ 4 ਭਜਨ ਜ਼ਬੂਰ 46 ਦੀ 4 ਹਾਂ 46 ਦੀ 4 ਵਿੱਚ ਇਸ ਤਰ੍ਹਾਂ ਲਿਖਿਆ ਹੈ ਸਾਮਸ ਭਜਨ ਜ਼ਬੂਰ। ਇੱਕ ਨਦੀ ਹੈ ਜਿਸ ਦੀਆਂ ਧਾਰਾਂ ਪਰਮੇਸ਼ਰ ਦੇ ਨਗਰ ਨੂੰ ਆਤਮਹਾਨ ਦੇ ਡੇਰਿਆਂ ਦੇ ਪਵਿੱਤਰ ਸਥਾਨ ਨੂੰ ਆਨੰਦਿਤ ਕਰਦੀਆਂ ਹਨ। ਅੱਛਾ, ਉਹ ਜਿਹੜਾ ਮੈਂ ਜ਼ਿਕਰ ਕਰ ਬੈਠਾ ਸੀ ਨਾ ਕਿ ਮਨੀਲੀਅਮ ਜਾਂ 1000 ਸਾਲਾ ਬਾਦਸ਼ਾਹੀ 'ਚ ਪ੍ਰਭੂ ਯਿਸੂ ਮਸੀਹ ਦੇ ਥਰੋਨ ਦੇ ਥੱਲੋਂ ਵੀ, ਹਾਂ ਥਰੋਨ ਉੱਤੇ ਹੋਏਗਾ, ਉਹਦੇ ਥੱਲੋਂ ਦੀ ਇੱਕ ਚਸ਼ਮਾ ਦਰਿਆ ਨਿਕਲੇਗਾ ਔਰ ਉਹ 1500 ਮੀਲ ਤੱਕ ਜਾਏਗਾ, ਯਾਨੀ ਨਏ ਯਰੂਸ਼ਲਮ ਦੀ ਹਦੂਦ ਤੱਕ। ਉਹਦਾ ਹਿਜ਼ਕੀਏਲ 17 ਦੀ ਪਹਿਲੀ 2 ਆਇਤਾਂ 'ਚ ਜ਼ਿਕਰ ਹੈ। ਇਹ 1000 ਸਾਲਾ ਬਾਦਸ਼ਾਹੀ ਦਾ ਰੈਫਰੈਂਸ ਹੈ। ਉਹ ਵੀ ਪੜ੍ਹਦੀ ਹੈ ਜੀ। ਹਾਂ, ਉਹ ਦੇਖੋ ਨਾ ਹੁਣ ਇੱਥੇ ਤੇ ਸਾਰੀ ਦੁਨੀਆ 'ਚ ਜਾਏਗਾ ਨਾ। ਹਾਂ, ਉਹ ਸਿਰਫ 1500 ਮੀਲ ਤੱਕ ਜਾਏਗਾ। ਹਾਂਜੀ ਹਾਂਜੀ, ਜਿੰਨਾ ਯਰੂਸ਼ਲਮ ਦੀ ਹਦੂਦ ਹੋਣੀ ਹੈ। ਹਾਂਜੀ ਹਾਲੇ ਮੇਰੇ ਇਹ ਜੀ ਬਾਈਬਲ ਮੇਰੇ ਹਾਲੇ ਹੱਥ ਨਹੀਂ ਲੱਗੀ ਹਾਲੇ। ਕੋਈ ਨਹੀਂ, ਤੇ ਥੋੜਾ ਮੈਂ ਲੇਟ ਹੋ ਜਾਂਦਾ ਇਹਦੇ ਵਿੱਚ। ਕੋਈ ਹਿਜ਼ਕੀਏਲ 17 ਦੀ ਇਜ਼ਕੀਏਲ ਚੈਪਟਰ 17 ਫਸਟ 2 ਵਰਸ। ਹਾਂ, ਇਹ ਲਿਖਿਆ ਜੀ ਇਜ਼ਕੀਏਲ 17 ਦੀ 1 ਤੇ 2 'ਚ ਲਿਖਿਆ ਹੈ, ਯਹੋਵਾ ਦਾ ਵਚਨ ਮੇਰੇ ਕੋਲ ਆਇਆ ਕਿ ਹੇ ਆਦਮੀ ਦੇ ਪੁੱਤਰ, ਇੱਕ ਬੁਝਾਰਤ ਬੁੱਝ। ਬੁਝਾਰਤ ਹੈ, ਉਦੋਂ ਤੇ ਬੁਝਾਰਤ ਹੈ, ਹੁਣ ਵੀ ਬੁਝਾਰਤ ਹੈ। ਹਾਂ, ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਇਹ ਪਾਣੀ ਮਤਲਬ ਅਸੀਂ ਇਹ ਕਹਿ ਰਹੇ ਹਾਂ ਕਿ ਸਿੰਬੋਲਿਕਲੀ ਨਾ ਹੋਏ। ਇੱਕ ਬੁਝਾਰਤ ਬੁੱਝ ਅਤੇ ਇਜ਼ਰਾਈਲ ਦੇ ਘਰਾਣੇ ਅੱਗੇ ਇੱਕ ਕਹਾਵਤ ਆਖ। ਹਾਂਜੀ,
ਬਸ ਇੰਨਾ ਹੀ ਹੈ ਜੀ ਤੇ ਦੂਸਰੀ ਹੈ ਹਾਂ। ਅਤੇ ਆਖ ਕਿ ਪਰਮੇਸ਼ਰ ਇਉਂ ਫਰਮਾਉਂਦਾ ਹੈ ਕਿ ਇੱਕ ਵੱਡਾ ਉਕਾਬ ਜਿਸ ਦੇ ਵੱਡੇ ਖੰਭ ਅਤੇ ਲੰਬੇ ਬਾਜੂ ਸਨ, ਜੋ ਰੰਗ ਬਰੰਗੇ ਖੰਭਾਂ ਨਾਲ ਭਰਿਆ ਹੋਇਆ ਸੀ, ਉਹ ਬਿਨਾ ਲਬਾਨੋਨ ਕੋਲ ਆਇਆ ਅਤੇ ਉਸ ਦੀ ਦਿਉਦਾਰੀ ਦੀ ਟੀਸੀ ਲਈ। ਠੀਕ ਹੈ। ਫਿਰ ਜ਼ਕਰੀਆ 14 ਦੀ 8 ਜ਼ਕਰੀਆ 14 ਦੀ 8 ਜ਼ਕਰੀਆ 14 ਦੀ 8 ਹਾਂ ਓਕੇ ਜ਼ਕਰੀਆ ਹਾਂ ਜੀ ਮੈਨੂੰ ਲੱਗਦਾ ਮੈਨੂੰ ਵੀ ਆਹ ਗਿੱਲਾ ਜਿਹਾ ਰੱਖਣਾ ਪੈਣਾ ਮੇਰੇ ਕੋਲ ਸੈਂਟਰ ਇਸ ਗੱਲ ਕੋਈ ਨਹੀਂ 14 ਦੀ 8 ਹਾਂ ਜੀ ਜੀ ਇਹਦੇ ਵਿੱਚ ਲਿਖਿਆ ਜ਼ਕਰੀਆ 14 ਦੀ 8 ਵਿੱਚ ਲਿਖਿਆ ਹੈ, ਉਹ ਨਦੀ ਇਉਂ ਹੋਵੇਗੀ ਕਿ ਯਰੂਸ਼ਲਮ ਤੋਂ ਅੰਮ੍ਰਿਤ ਜਲ ਨਿਕਲੇਗਾ, ਜਿਸ ਦਾ ਅੱਧ ਚੜ੍ਹਦੇ ਪਾਸੇ ਤੇ ਸਮੁੰਦਰ ਵਿੱਚ ਅਤੇ ਉਸ ਦਾ ਅੱਧ ਲਹਿੰਦੇ ਪਾਸੇ ਸਮੁੰਦਰ ਵਿੱਚ। ਇਹ ਗਰਮੀ ਅਤੇ ਸਰਦੀ ਵਿੱਚ ਰਹੇਗੀ, ਹਰ ਮੌਸਮ ਦੇ ਵਿੱਚ ਇਹ ਨਦੀ 1000 ਸਾਲਾ ਬਾਦਸ਼ਾਹੀ ਚ ਇਹ ਜਿਹੜੀ ਨਦੀ ਹੈ ਦਰਿਆ ਨੂੰ ਕਹਿ ਲਓ, ਇਹ ਯਿਸੂ ਦੇ ਸਗਾਸ਼ਣ ਜਾਂ ਤਖਤ ਤੋਂ ਥੱਲੇ ਨਿਕਲੇਗਾ ਔਰ ਇਹ ਅੱਗੇ ਕੀ ਦੱਸਿਆ 2 ਹਿੱਸਿਆਂ ਤਕਸੀਮ ਹੋ ਜਾਏਗਾ। ਰੈੱਡ ਸੀ ਦੇ ਵਿੱਚ ਜਾਂ ਕੀ ਉਹਨੂੰ ਕਹਿ ਲਓ ਲਾਲ ਸਮੁੰਦਰ ਦੇ ਵਿੱਚ ਜਾਏਗਾ, ਜਿਹੜਾ ਕਿ ਮਰਿਆ ਪਾਣੀ ਉਹ ਜੀ ਉਠੇਗਾ। ਹੋਰ ਜਿੰਨੇ ਵੀ ਪਾਣੀ ਮਰੇ ਨੇ ਇਹ ਸਿਰਫ ਯਰੂਸ਼ਲਮ ਦੀ ਏਰੀਏ ਦੇ ਵਿੱਚ ਹੀ ਉਸ ਤੋਂ ਗਾਹ ਨਹੀਂ ਜਾਣਾ। ਠੀਕ ਹੈ ਹਾਂ ਇਹ ਗੱਲ ਇਹ ਸਹੀ। ਤੇ ਇਹ ਮਿਲੀਨੀਅਮ ਬਾਦਸ਼ਾਹੀ 'ਚ ਇਹ ਯਾਦ ਰੱਖੋ ਕਿ ਗੁਨਾਹ ਵੀ ਹੋਏਗਾ, ਗੁਨਾਹਗਾਰ ਵੀ ਹੋਣਗੇ 1000 ਸਾਲਾ ਬਾਦਸ਼ਾਹੀ 'ਚ, ਲੇਕਿਨ ਨਏ ਯਰੂਸ਼ਲਮ ਦੇ ਵਿੱਚ ਗੁਨਾਹ ਦਾ ਜ਼ਿਕਰ ਹੀ ਨਹੀਂ। ਠੀਕ ਹੈ। ਜਦੋਂ ਯੋਨਾ ਪਰਮੇਸ਼ਵਰ ਦੇ ਸਗਾਸ਼ਣ ਦੇ ਕੋਲ ਆਸਮਾਨ ਤੇ ਉਹਨੂੰ ਖੜਿਆ ਗਿਆ ਇਹਦੇ ਵਿੱਚ 22 ਚੈਪਟਰ ਹੈ ਨਾ, ਤੇ ਉਹਨੇ ਤਖਤ ਦੇ ਦਰਮਿਆਨ ਵਿੱਚੋਂ ਇੱਕ ਸ਼ਿਫਾਫ ਜਾਂ ਉਹਨੂੰ ਬਲੋਰ ਤੇ ਬਲੋਰ ਸ਼ੀਸ਼ੇ ਦਾ ਸਮੁੰਦਰ ਬਲੋਰ ਦੀ ਤਰ੍ਹਾਂ ਵੇਖਿਆ। ਇਹ ਰੈਵਲੇਸ਼ਨ 4 ਦੀ 6 ਵੀ ਉਹਨੂੰ ਦਿਖਾਇਆ ਗਿਆ ਸੀ ਇੱਕ ਨਜ਼ਾਰਾ, ਇਸ ਲਈ ਉਹ ਥੋੜਾ ਇਹ ਦੇਖਦੇ। ਇਹ ਜ਼ਿੰਦਗੀ ਦਾ ਦਰਿਆ ਖੁਦਾ ਦੇ ਤਖਤ ਵਿੱਚੋਂ ਇਸ ਲਈ ਜਾਰੀ ਹੁੰਦਾ ਹੈ ਕਿਉਂ ਜੇ ਜ਼ਿੰਦਗੀ ਦਾ ਸੋਰਸ ਸਰ ਚਸ਼ਮਾ ਜਿਹੜਾ ਹੈ ਉਹ ਖੁਦਾ ਹੀ। ਠੀਕ ਹੈ। ਸੋ ਇਹਦਾ ਅਯੂਬ 33 ਦੀ 4 ਠੀਕ ਹੈ, ਅਯੂਬ 33 ਦੀ 4, ਇਜ਼ੀਕੀਏਲ ਅਯੂਬ ਮਤਲਬ ਜੋਬ ਅਯੂਬ 33 ਦੀ 4 ਤੇ ਉਹਦੇ ਬਾਅਦ ਇਜ਼ੀਕੀਏਲ ਚੈਪਟਰ 37 ਵਰਸ 9, ਜੌਨ ਯੂਹੰਨਾ 1 ਦੀ 4 ਜਿਹਦੇ 'ਚ ਨਹੀਂ ਰਾਹਤ ਤੇ ਜ਼ਿੰਦਗੀ ਮੈਂ ਹਾਂ, ਮਤਲਬ ਇਹ ਜ਼ਿੰਦਗੀ ਦਾ ਪਾਣੀ ਦੀ ਗੱਲ ਹੋ ਰਹੀ ਹੈ। ਤੇ ਫਿਰ ਯੂਹੰਨਾ ਜੌਨ 14 ਦੀ 6, ਐਕਟਸ ਚੈਪਟਰ 3 ਦੀ 15 ਤੇ ਰੈਵਲੇਸ਼ਨ 11 ਦੀ 11 ਵਿੱਚ ਵੀ ਅਸੀਂ ਦੇਖਿਆ ਕਿ ਜ਼ਿੰਦਗੀ ਤੇ ਆਤਮਾ ਦੀ ਗੱਲ ਹੋ ਰਹੀ ਹੈ। ਠੀਕ ਹੈ। ਸੋ ਇਹਦੇ ਵਿੱਚ ਕੋਈ ਸਵਾਲ ਹੋਵੇ ਫਿਰ ਅਗਲੀ ਆਇਤ ਪੜ੍ਹ ਦਿਓ। ਜੀ ਦੂਸਰੀ ਆਇਤ ਹੈ ਨਾ। ਹਾਂ ਦੂਸਰੀ ਆਇਤ ਪ੍ਰਕਾਸ਼ ਦੀ ਪੋਥੀ ਬੁੱਕ ਆਫ ਰੈਵਲੇਸ਼ਨ ਮੁਕਾਸ਼ਵਾ 22 ਦੀ 2 ਜੀ, ਉਸ ਦੇ ਵਿੱਚ ਲਿਖਿਆ ਹੈ, ਮੈਂ ਨਾਲ ਦੀ ਨਾਲ ਇੰਗਲਿਸ਼ ਦੀ ਵੀ ਪੜ੍ਹ ਦੂੰਗਾ। ਹਾਂਜੀ ਪੜ੍ਹ ਲਓ। ਹਾਂਜੀ ਤੇ ਉਸ ਲਿਖਿਆ, ਉਸ ਨਦੀ ਦੇ ਉਰਾਰ ਪਾਰ, ਮਤਲਬ ਉਰਾਰ ਪਾਰ ਵਾਲਾ ਦੋਨੇ ਪਾਸੇ ਹੈ ਨਾ, ਉਸ ਨਦੀ ਦੇ ਉਰਾਰ ਪਾਰ ਜੀਵਨ ਦੇ ਬ੍ਰਿਸ਼ ਹੈ, ਜਿਸ ਨੂੰ 12 ਪ੍ਰਕਾਰ ਦੇ ਫਲ ਲੱਗਦੇ ਹਨ ਅਤੇ ਉਹ ਆਪਣਾ ਫਲ ਮਹੀਨਾ ਦਿੰਦਾ ਹੈ, ਅਤੇ ਉਹ ਬ੍ਰਿਸ਼ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ। ਹਾਲੇਲੂਇਆ। ਤੇ ਇਹ ਆਪਾਂ ਆਪਣੀ ਦੂਸਰੀ ਇੰਗਲਿਸ਼ ਦੇ ਵਿੱਚ ਪੜ੍ਹਦੇ ਨੇ ਹੈਗੀ ਪ੍ਰਕਾਸ਼ ਦੀ ਪੋਥੀ ਮੁਕਾਸ਼ਵਾ ਬੁੱਕ ਆਫ ਰੈਵਲੇਸ਼ਨ 22 ਦੀ 2। Down the middle of the great street of the city, on each side of the river, stood the tree of life, bearing 12 crops of fruit, yielding its fruit every month, and the leaves of the tree are of the healing of the nations for it. ਇਹ ਹੈਗਾ ਆਪਣੇ ਜਿਹੜਾ ਆਪਣੇ ਜਦੋਂ ਨਵਾਂ ਆਪਣੇ ਮੈਂ ਯਰੂਸ਼ਲਮ ਪਰਮੇਸ਼ਵਰ ਤੇ ਪਿਤਾ
ਸਵਰਗ ਧਰਤੀ ਤੇ ਹੋਇਆ। ਹਾਂਜੀ, ਪਿਤਾ ਪਰਮੇਸ਼ਵਰ ਤੇ ਪ੍ਰਭੂ ਯਿਸੂ ਮਸੀਹ ਦੇ ਸਿਘਾਸਣ ਵਿੱਚੋਂ ਥੱਲੋਂ ਜਿਹੜੀ ਹੈਗੀ ਹੈ ਨਾ, ਉਹਦੇ ਸੜਕ ਦੇ ਦਰਮਿਆਨ, ਹਾਂਜੀ, ਸੜਕ ਦੇ ਦਰਮਿਆਨ ਦੋਵਾਂ ਤਰਫਾਂ ਹਾਂ, ਤੇ ਜ਼ਿੰਦਗੀ ਦਾ ਦਰਖਤ ਹੈ। ਹਾਂਜੀ, ਇਹ ਇੱਥੇ ਅਸਲ ਵਿੱਚ ਲੱਗ ਇਹ ਰਿਹਾ ਹੈ ਕਿ ਇੱਕੋ ਹੀ ਦਰਖਤ ਹੈ, ਹਾਂ, ਹਾਂ, ਲੇਕਿਨ ਇਹ ਕਿਸਮ ਇੱਕ ਹੀ ਉਸ ਦਰਖਤ ਦੀ, ਜੀ ਹਾਂਜੀ, ਹਾਂਜੀ, ਕਿਸਮ ਇੱਕ ਹੀ ਹੋਏਗੀ ਉਸ ਦਰਖਤ ਦੀ, ਜਿਹੜੇ ਕਿ 12 ਦਰਿਆਵਾਂ ਦੇ ਆਰ ਪਾਰ ਲੱਗੇ ਹੋਣਗੇ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਜੀ ਕਿ ਇਹ ਸ਼ਹਿਤੂਤ ਦਾ ਦਰਖਤ ਹੈ, ਬਾਕੀ ਕਈ ਹੋਣਗੇ। ਇੱਥੇ ਇਹ ਨਹੀਂ ਲੈਣਾ ਕਿ ਇੱਕੋ ਹੀ ਹੋਏਗਾ, ਨਹੀਂ, ਆਰ ਪਾਰ ਲਿਖੇ ਨੇ। ਸੋ ਇਹ ਥੋੜਾ ਜਿਹਾ ਕਲੀਅਰ ਹੋਣਾ ਪਏਗਾ। ਹੋਰ ਕਿਸੇ ਨਸਲ ਦੇ ਨਹੀਂ ਹੋਣਗੇ। ਕਿਹੜਾ? ਇੱਕੋ ਕਿਸਮ ਦੇ ਹੋਏਗੇ, ਹਾਂ, ਪਰ ਇੱਕ ਤੋਂ ਜ਼ਿਆਦਾ ਦਰਖਤ ਹੋਗੇ, ਇੱਕ ਤੋਂ ਜ਼ਿਆਦਾ ਉਸੇ ਕਿਸਮ ਦੇ ਹੋਣਗੇ। ਠੀਕ ਹੈ। ਹਾਂਜੀ। ਸੋ ਇਹ ਅਸੀਂ ਇੱਥੇ ਦੇਖ ਰਹੇ ਹਾਂ। ਔਰ ਇਹ ਦਰਿਆ ਜਿਹੜਾ ਹੈ, ਇਹ 12 ਦਰਿਆ ਹੈ, 12 ਸੜਕਾਂ, 12 ਦਰਿਆ, ਇਹ ਵੀ ਜਾਣਗੇ 1500 ਮੀਲ। ਠੀਕ ਹੈ, 1500 ਮੀਲ ਤੱਕ। ਤੇ ਇਹਨਾਂ ਦਰਖਤਾਂ ਦੇ ਵਿੱਚ 12 ਕਿਸਮ ਦੇ ਫਲ ਲੱਗਣਗੇ, ਹੈ ਨਾ। ਹਰ ਮਹੀਨੇ 12 ਕਿਸਮ ਦੇ ਫਲ ਲੱਗਣਗੇ, ਹਰ ਮਹੀਨੇ। ਇਹਦਾ ਮਤਲਬ 12 ਕਿਸਮ ਦੇ ਫਲ ਹੋਣਗੇ, ਹਰ ਇੱਕ ਮਹੀਨੇ ਨਵਾਂ ਮਤਲਬ ਨਿਕਲ ਜਾਏ, ਹਰ ਮਹੀਨੇ ਫਲੇਗਾ। ਹਾਂਜੀ, ਹਾਂਜੀ, ਜਿਸ ਤੋਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਕੌਮਾਂ ਇਸ ਫਲ ਚੋਂ ਖਾਣਗੀਆਂ, ਫਲ ਹੈ ਖਤਮ ਹੋਣਗੇ, ਤੇ ਨਾਲ ਹੀ ਉਹ 12 ਕਿਸਮ ਦੇ ਫਲਦੇ ਜਾਣਗੇ। ਇਹ ਦਰਖਤਾਂ ਦੇ ਪੱਤਿਆਂ ਤੋਂ ਕੌਮਾਂ ਨੂੰ ਸ਼ਫਾ ਕਿੰਝ ਮਿਲੇਗੀ? ਬਈ ਉਦੋਂ ਤੇ ਕੋਈ ਬਿਮਾਰੀ ਨਹੀਂ ਹੋਣੀ, ਬਈ ਸ਼ਫਾ ਕਾਹਦੀ ਲੈਣੀ ਹੈ? ਉਹਨਾਂ ਦੀ ਸਰੀਰਕ ਕੋਈ ਬਿਮਾਰੀ ਨਹੀਂ, ਰੂਹਾਨੀ ਵੀ ਤੌਰ ਤੇ ਉਹ ਨੇ। ਅਸਲ ਵਿੱਚ ਇਹ ਵੇ ਕਿ ਇਹ ਜਿਹੜੇ ਰੈਜ਼ੋਰੈਕਟਡ ਸੇਂਟਸ ਹੋਣਗੇ ਨਾ, ਹੈ ਨਾ, ਜਿਹੜੇ ਜੀ ਉੱਠੇ ਸੇਂਟਸ ਹੋਣਗੇ, ਉਹਨਾਂ ਨੂੰ ਪ੍ਰੀਜ਼ਰਵ ਹੋਣ ਦੇ ਲਈ, ਯਾਨੀ ਕਿ ਇੱਕ ਆਪਸ਼ਨ ਇਹ ਵੀ ਦਿੱਤੀ ਜਾਏਗੀ ਜਿਹੜੀ ਐਡਮ ਨਹੀਂ ਸੀ ਖਾ ਸਕਿਆ, ਉਹਨੂੰ ਨਹੀਂ ਸੀ ਇਜਾਜ਼ਤ। ਇੱਥੇ ਉਹ ਸਾਰਾ ਕੁਝ ਜਿਹੜਾ ਉੱਥੇ ਬਾਗੇ ਅਦਨ ਵਿੱਚ ਨਹੀਂ ਖਾ ਸਕੇ, ਇੱਥੇ ਉਹ ਪੱਤੇ ਖਾਣਗੇ। ਇਹਦਾ ਮਤਲਬ ਹੈ ਕਿ ਉਹ ਉਸ ਦੇ ਵਿੱਚ ਖਾਣ ਦੇ ਨਾਲ ਇਹ ਵੇ, ਜਿਸ ਤਰ੍ਹਾਂ ਪ੍ਰਭੂ ਯਿਸੂ ਨੇ ਕਿਹਾ ਕਿ ਅੰਗੂਰ ਦਾ ਹਕੀਕੀ ਦਰਖਤ ਮੈਂ ਹਾਂ ਤੇ ਤੁਸੀਂ ਡਾਲੀਆਂ ਹੋ। ਤੇ ਇਹ ਖਾਣ ਦਾ ਮਤਲਬ ਹੈ ਅਸੀਂ ਉਸ ਦੇ ਵਿੱਚ ਕਾਇਮ ਰਹਾਂਗੇ, ਜਿਹੜਾ ਸਾਨੂੰ ਪਹਿਲੇ ਨਹੀਂ ਸੀ, ਹੈ ਨਾ। ਇਹ ਅਬਦੀ ਹੈਲਥ ਲਈ, ਜ਼ਿੰਦਗੀ ਹਮੇਸ਼ਾ ਦੀ ਹੈਲਥ ਲਈ ਸਾਨੂੰ ਜ਼ਰੂਰੀ ਹੋਣਗੇ। ਪ੍ਰਕਾਸ਼ ਦੀ ਪੋਥੀ 21:4 ਤੇ ਪ੍ਰਕਾਸ਼ ਦੀ ਪੋਥੀ 22:2-5, ਯਾਨੀ ਮੁਕਾਸ਼ਵਾ ਦਾ ਬੁੱਕ ਆਫ ਰੈਵਲੇਸ਼ਨ 21:4 ਤੇ 22:2-5। ਤੇ ਇਹ ਜਿਹੜਾ ਨਾ, ਜਿਹੜਾ ਕਿਹੜਾ ਉਹ ਦਰਖਤ ਜਿਹੜਾ ਤੁਸੀਂ ਜ਼ਿਕਰ ਕੀਤਾ ਸੀ, ਹੈ ਪਦਾਇਸ਼, ਉਤਪਤ, ਜੈਨਸਿਸ 3:22-24 ਚ ਦਾ ਜ਼ਿਕਰ ਹੈ। ਇੱਥੇ ਹੁਣ ਉਹ ਸਾਰਿਆਂ ਨੂੰ ਇਜਾਜ਼ਤ ਹੋਏਗੀ, ਜਿਹੜੀ ਕਿ ਉਦੋਂ ਆਦਮ ਨੂੰ ਪਾਪ ਦੀ ਵਜ੍ਹਾ ਨਾਲ ਖਾਣ ਦੀ ਇਜਾਜ਼ਤ ਨਹੀਂ ਸੀ। ਠੀਕ ਹੈ। ਉਹ ਇਹ ਟਰੀ ਆਫ ਲਾਈਫ ਹੈ, ਇਹ ਖਾਣਾ ਜ਼ਰੂਰੀ ਹੈ ਕਿਉਂਕਿ ਲਿਖਿਆ ਹੀਲਿੰਗ ਕੁਝ ਹੈ ਨਾ, ਮਤਲਬ ਇਹ ਉਹਨਾਂ ਦੀ ਪ੍ਰੀਜ਼ਰਵ ਹੋਣਗੇ, ਹਾਂ, ਬਰਕਰਾਰ ਤੇ ਨਾਲੇ ਕਾਇਮ ਰਹੇ ਉਹਨਾਂ ਦੀ। ਪਤਾ ਲੱਗੇ ਕਿ ਉਹ ਲਿੰਕ ਹੈਗਾ ਉਹਨਾਂ ਦਾ, ਹਾਂ, ਜੀਵਨ ਦੇ ਦਰਖਤ ਦੇ ਨਾਲ। ਹਾਂਜੀ, ਜਿੱਦਾਂ, ਠੀਕ ਹੈ। ਹਾਂ, ਹਾਂਜੀ, ਬਿਲਕੁਲ। ਤੇ ਇਸ ਲਈ ਹੋਏਗੀ ਕਿ ਦੁਨੀਆ ਦੀਆਂ ਕੌਮਾਂ ਦੀ ਜ਼ਿੰਦਗੀ ਪ੍ਰੀਜ਼ਰਵ ਕਰਨ ਦੇ ਲਈ, ਕਿ ਮਹਿਫੂਜ਼ ਕਰਨ ਦੇ ਲਈ। ਹਾਂਜੀ, ਇਹ ਨਹੀਂ ਜੇ ਉਹ ਬਿਮਾਰੀਆਂ ਹੋ ਗਈਆਂ, ਸਿਰਫ ਉਹ ਕਨੈਕਸ਼ਨ ਬਣਿਆ ਰਹੇ। ਹਾਂਜੀ, ਠੀਕ ਹੈ। ਹਾਂਜੀ, ਜਿਸ ਤਰ੍ਹਾਂ ਤੇ ਜੀ, ਹਾਂਜੀ, ਜਿਸ ਤਰ੍ਹਾਂ ਯਿਸੂ ਨੇ ਕਿਹਾ, ਜਦੋਂ ਵੀ ਤੁਸੀਂ ਹੋਲੀ ਕਮਿਊਨੀਅਨ, ਜਦੋਂ ਵੀ ਤੁਸੀਂ ਇਕੱਠੇ ਹੋਵੋ ਹੋਲੀ ਕਮਿਊਨੀਅਨ, ਹਾਂਜੀ, ਇਹ ਮੇਰਾ ਸਰੀਰ ਹੈ, ਮੇਰਾ ਲਹੂ ਆ, ਇਹਨੂੰ ਤੁਸੀਂ ਲੈਣਾ ਮੇਰੀ ਯਾਦ ਦੇ ਵਿੱਚ। ਇਕੱਲਾ ਯਾਦ, ਉਹਦੇ ਨਾਲ ਕਨੈਕਸ਼ਨ ਜੋੜਨਾ, ਇਹਦੇ ਨਾਲ ਵੀ ਉਹ ਕਨੈਕਸ਼ਨ ਆ, ਔਰ ਉਹਦੇ ਨਾਲ ਹੀ ਨਹੀਂ ਆਪਣੀ ਉਹਨਾਂ ਦੀ ਪ੍ਰੀਜ਼ਰਵ ਹੋਏਗੀ। ਔਰ ਦੇਖੋ ਨਾ, ਕਿਉਂਕਿ ਇਹ ਵੀ ਲਿਖਿਆ ਕਹਿੰਦਾ ਜਿੰਨਾ ਚਿਰ ਡਾਲੀ ਜਿਹੜੀ ਮੇਰੇ ਵਿੱਚ ਤੁਸੀਂ ਕਿਹਾ ਬਣੀ ਰਹੂਗੀ, ਤੇ ਉਹ ਉਹਨਾਂ ਚਿਰ ਕਾਇਮ, ਉਹ ਬਣੇ ਰਹਿਣ ਨਾਲ ਹੈ। ਇਹ ਹਯਾਤ ਦਾ ਦਰਖਤ ਜਾਂ ਜੀਵਨ ਦਾ ਦਰਖਤ ਉਦੋਂ ਤੇ ਨਹੀਂ ਸੀ, ਹੁਣ ਸਾਰੇ ਪੇ ਖਾਣਗੇ ਤਾਂ ਕਿ ਉਹ ਉਹਦੇ ਵਿੱਚ ਕਾਇਮ ਰਹਿਣ। ਪਰ ਇਹ ਸ਼ਫਾ ਦਾ ਇਹ ਮਤਲਬ ਨਹੀਂ ਕਿ ਕੋਈ ਬਿਮਾਰੀ ਹੋਏਗੀ। ਸ਼ਫਾ ਦਾ ਇਹ ਮਤਲਬ ਹੈ ਕਿ ਉਹਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਨੇ ਨਾ, ਉਹ ਪ੍ਰੀਜ਼ਰਵ ਕੀਤੀਆਂ ਜਾਣਗੀਆਂ। ਜਿਸ ਤਰ੍ਹਾਂ ਬਾਗੇ ਅਦਨ ਵਿੱਚ ਗੁਨਾਹ ਆਉਣ ਦੀ ਵਜ੍ਹਾ ਨਾਲ ਦੂਰੀ ਹੋ ਗਈ ਸੀ,
ਹੈ ਤੇ ਇਹ ਜਿਹੜਾ ਕਨੈਕਸ਼ਨ ਸੀ ਉਹ ਕੱਟ ਆਫ ਹੋ ਗਿਆ ਸੀ, ਹਨਾ। ਇੱਥੇ ਉਹ ਦੁਬਾਰਾ ਜੋੜਿਆ ਜਾ ਰਿਹਾ ਹੈ ਤੇ ਫਿਰ ਇਨਸਾਨ ਨੂੰ ਇਸ ਦਰਖਤ ਦਾ ਫਲ ਖਾਣ ਦਾ ਕੀ ਸ਼ਰਫ ਦਿੱਤਾ ਜਾਏਗਾ, ਪ੍ਰਿਵਿਲੇਜ ਦਿੱਤਾ ਜਾਏਗਾ। ਹਾਂ, ਆਪਣੇ ਪ੍ਰਿਵਿਲੇਜ, ਹਾਂਜੀ, ਆਪਣੇ ਯਾਨੀ ਮੌਕਾ ਜਾਂ ਸੁਭਾਗਿਆ ਜਾਂ ਕੀ ਕਹਿੰਦੇ ਹੁੰਦੇ ਉਹ ਨਾ, ਦਿੱਤਾ ਜਾਏਗਾ ਹਰ ਇੱਕ ਨੂੰ। ਹਾਂ ਹਾਂ, ਸਿਰਫ ਕਨੈਕਸ਼ਨ ਰੱਖਣ ਲਈ ਜੀ। ਹਾਂਜੀ, ਇਹ ਨਹੀਂ ਸ਼ਫਾ ਮਿਲੇਗੀ ਉਹਦੇ ਪੱਤਿਆਂ ਤੋਂ, ਮੀਨਸ ਕਿ ਉਹ ਜੁੜੇ ਰਹਿਣਗੇ। ਇੱਥੇ ਤੱਕ ਸੀ ਇਹ। ਕੋਈ ਸਵਾਲ ਹੋਵੇ ਇਹਦੇ ਵਿੱਚ? ਹਾਂ, ਨਹੀਂ, ਇਹ ਵਰਸ 2 ਪੜ੍ਹੀਏ ਨਾ ਅਸੀਂ, ਹਾਂਜੀ ਹਾਂਜੀ, ਰੈਵਲੇਸ਼ਨ ਪ੍ਰਕਾਸ਼ ਦੀ ਪੋਥੀ ਉਹਦੀ ਬਸ 22 ਦੀ। ਪੱਤੇ, ਉਹ ਪੱਤੇ, ਹਾਂਜੀ, ਬ੍ਰਿਸ਼ ਪੱਤੇ ਕੌਮਾਂ ਲਈ ਲਾਜ, ਹਾਂਜੀ, ਪੱਤੇ ਮਤਲਬ ਫਿਰ ਸਾਰੀਆਂ ਕੌਮਾਂ ਨੇ ਆਉਣਾ। ਉਹ ਦਰਖਤਾਂ ਦੇ ਵਿੱਚ ਪੱਤੇ ਕਾਫੀ ਹੋ ਗਏ, ਇੱਦਾਂ ਥੋੜ੍ਹੀ ਉੱਥੇ ਹੁਣ ਮਤਲਬ ਹਰੇਕ ਮਹੀਨੇ ਉਹ ਕਿਤੇ ਉਹਦੇ ਵਿੱਚ ਕਮੀ ਨਹੀਂ ਆਏਗੀ, ਫਲ ਦੇ ਵਿੱਚ, ਪੱਤਿਆਂ ਦੇ ਵਿੱਚ, ਹੈ ਨਾ, ਇਸ ਤਰ੍ਹਾਂ। ਲੇਕਿਨ ਜਿੱਥੇ ਵੀ ਲੋਕ ਹੋਣਗੇ ਇਸ ਸੰਸਾਰ ਵਿੱਚ, ਪਰਮੇਸ਼ਵਰ ਪ੍ਰਭੂ ਯਿਸੂ ਪਵਿੱਤਰ ਆਤਮਾ ਉਹਨਾਂ ਦੇ ਵਿੱਚ ਮੌਜੂਦ ਹੋਣਗੇ। ਠੀਕ ਹੈ। ਤੇ ਇਹ ਜਿਹੜਾ ਇਹ ਸਦਾ ਦਾ ਹੈੱਡਕੁਆਟਰ ਹੋਏਗਾ ਜਾਂ ਕੈਪੀਟਲ ਹੋਏਗਾ ਯਰੂਸ਼ਲਮ। ਹਾਂਜੀ, ਠੀਕ ਹੈ। ਅਸੀਂ ਵੇਖਿਆ ਸੀ ਜਿਹੜਾ ਹੁਣ ਯਰੂਸ਼ਲਮ ਅਸੀਂ ਦੇਖ ਰਹੇ ਹਾਂ ਨਾ, ਇਹ ਪ੍ਰਭੂ ਯਿਸੂ ਮਸੀਹ ਨੇ ਜਦੋਂ ਆਉਣਾ ਹੈ ਤੇ ਉਦੋਂ ਇੱਕ ਬਹੁਤ ਵੱਡਾ ਜ਼ਲਜ਼ਲਾ ਆਏਗਾ। ਇਹ ਟੀਲੇ ਟਿੱਬੇ ਇਹ ਨਵਾਂ ਹੋ ਜਾਏਗਾ 1000 ਸਾਲਾਂ ਬਾਅਦ ਸ਼ਾਇਦ। ਯਾਨੀ ਜੋ ਹੀ ਉਹਦੇ ਪੈਰ ਟਿਕਣਗੇ ਤੇ ਉਹ ਪਹਾੜ ਜਿਹੜਾ ਸੈਊਨ ਦਾ ਪਹਾੜ ਹੈ ਨਹੀਂ, ਮਾਊਂਟ ਆਫ ਓਲਿਵ, ਹਾਂ, ਜ਼ੈਤੂਨ ਦਾ ਪਹਾੜ, ਉਹ ਇਸ ਤਰ੍ਹਾਂ ਵੇ, ਉਹ ਇੰਜ ਹੋ ਜਾਏਗਾ, ਇੰਜ ਹੋ ਜਾਏਗਾ, ਚੜ੍ਹਦਿਆਂ ਲੈਂਦਿਆਂ ਇੱਕ ਵਾਦੀ 200 ਮੀਲ ਬਣ ਜਾਏਗੀ। ਪਹਿਲੇ ਇੱਥੇ ਕੋਈ ਕੌਮਾਂ ਜਿਹੜੀਆਂ ਆਰਮਾਗਡਨ ਦੇ ਲਈ ਇਸਰਾਈਲ ਤੇ ਖੁਦਾ ਲਈ ਜੰਗ ਕਰਨ ਲਈ ਆਉਣਗੀਆਂ, ਯਿਸੂ ਉਹਨਾਂ ਨੂੰ ਖਤਮ ਕਰ ਦੇਗਾ। ਜਦੋਂ ਕਰ ਦੇਗਾ, ਉੱਥੇ ਬਹੁਤ ਹੀ ਬਿਆਨ ਨੇ ਅਸੀਂ ਕਰ ਚੁੱਕੇ ਹਾਂ ਕਿ ਅੰਗੂਰ ਮੀਨਸ ਉਹ ਕੌਮਾਂ ਨੂੰ ਪੈਰਾਂ ਨਾਲ ਲਤਾੜੇਗਾ। ਤੇ ਉਹ ਉੱਥੇ ਲਿਖਿਆ, ਉਹ ਤੇਰੀ ਪੁਸ਼ਾਕ ਇਹ ਕੀ ਖੂਨ ਨਾਲ ਭਰੀ ਹੈ, ਇਸ ਲਈ ਕਿ ਉਹ ਉਹਨਾਂ ਨੂੰ ਖਤਮ ਕਰ ਦੇ। ਫਿਰ ਜਿਹੜੇ ਬਚ ਜਾਣਗੇ ਉਹ 1000 ਸਾਲਾਂ ਬਾਅਦ ਸ਼ਾਇਦ ਉਧਰ ਸ਼ੈਤਾਨ ਢੱਕ ਦਿੱਤਾ ਜਾਏਗਾ। ਬੜਾ ਅੱਛਾ ਮੌਸਮ ਹੋਣਾ ਹੈ, ਬੜਾ ਅੱਛਾ ਸੀਜ਼ਨ ਹੋਏਗਾ। ਕੋਈ GST PST ਨਹੀਂ, ਜਿਨ ਤੁਸੀਂ ਕਹਿ ਰਹੇ ਹੋ ਕਿ ਫਿਰ ਉਹ ਲੋਕ ਵੀ ਯਿਸੂ ਨੂੰ ਮਿਲਣ ਲਈ ਆਇਆ ਕਰਨਗੇ ਯਰੂਸ਼ਲਮ ਵਿੱਚ, ਜਿਹੜਾ ਕਿ ਉਹ ਉਹਨੇ ਬਣਾਉਣਾ ਹੈ। ਤੇ ਫਿਰ ਵੀ ਲੋਕ ਉਹਨੂੰ ਮੁਕਤੀਦਾਤਾ ਸਵੀਕਾਰ ਨਹੀਂ ਕਰਨਗੇ ਔਰ ਫਿਰ ਸ਼ੈਤਾਨ 1000 ਸਾਲਾਂ ਬਾਅਦ ਖੋਲ੍ਹਿਆ ਜਾਏਗਾ। 1000 ਸਾਲ ਬਾਅਦ ਉਹ ਸ਼ੈਤਾਨ ਉਹਨਾਂ ਨੂੰ ਪਰਮਾਏਗਾ, ਕਹੇਗਾ ਆਓ ਯਿਸੂ ਦਾ ਤਖਤਾ ਉਲਟ ਦਈਏ। ਇਕੱਠਾ ਹੋ ਕੇ ਲੈ ਕੇ ਆਓ। ਉਹ ਇਕੱਠਾ ਹੋ ਕੇ ਉਹ ਸਾਰੇ ਜਿਹੜੇ ਵਿਸ਼ਵਾਸੀ ਨੇ ਇਕੱਠਾ ਹੋ ਕੇ ਲਿਆ ਕੇ ਤੇ ਰੈਵਲੇਸ਼ਨ, ਮੁਕਾਸ਼ਵਾ, ਪ੍ਰਕਾਸ਼ ਦੀ ਪੋਥੀ 20 ਦੀ 7 ਆਇਤ ਤੋਂ 10 ਆਇਤ ਦੇ ਵਿੱਚ ਉਹਨਾਂ ਨੂੰ ਗੋਗ ਮਗੋਗ, ਜੂਝ ਮਜੂਜ ਦੀ ਜੰਗ ਲਈ ਲਿਆਏਗਾ। ਉੱਥੇ ਉਹ ਸਾਰੇ ਖਤਮ ਹੋ ਜਾਣਗੇ। ਲੜਾਈ ਕੀ ਹੋਣੀ ਹੈ, ਉਹ ਰਾਹ ਭੁੱਲ ਗਏ ਤੇ ਉਹ ਜਨਾਬ ਇੰਨੇ ਹੋਣਗੇ। ਉਹ ਉੱਥੇ ਵੀ ਲੋਕ ਹੈਗੇ ਨੇ, ਅਗਰ ਇਹ ਪੜ੍ਹ ਦਿਓ ਆਖਰੀ ਆਇਤ, ਹਾਂਜੀ, ਕੀ ਦੱਸਿਆ ਸੀ 20 ਦੀ ਪ੍ਰਕਾਸ਼ ਦੀ ਪੋਥੀ, ਦ ਬੁੱਕ ਆਫ ਰੈਵਲੇਸ਼ਨ ਚੈਪਟਰ 27 to 10। ਹਾਂਜੀ, 20 ਦੀ ਪ੍ਰਕਾਸ਼ ਦੀ ਪੋਥੀ 20 ਦੀ 7 ਆਇਤ ਹੋਗਾ। ਓਕੇ, 7, ਠੀਕ ਹੈ। ਹਾਂਜੀ, ਪ੍ਰਕਾਸ਼ ਦੀ ਪੋਥੀ ਇਸ ਲਈ ਇੱਥੇ ਸਾਰੇ ਵਿਸ਼ਵਾਸੀ ਖਤਮ ਹੋ ਜਾਣਗੇ। ਇਸ ਤੋਂ ਬਾਅਦ ਜਿਹੜੇ ਬਚਣਗੇ ਉਹ 1000 ਸਫੇਦ ਤਖਤ ਦੀ ਅਦਾਲਤ ਹੈ। ਉਸ ਤੋਂ ਪਹਿਲੇ ਸ਼ੈਤਾਨ ਅੱਗ ਦੀ ਝੀਲ ਵਿੱਚ ਸੁੱਟਿਆ ਜਾਏਗਾ। ਉਹਦੇ ਵਿੱਚ ਜਿਹੜੇ ਨਰਕਾਂ ਵਿੱਚ ਸਨ 1000 ਸਾਲਾਂ ਬਾਦਸ਼ਾਹੀ ਬਾਅਦ, ਉਹ ਸਾਰੇ ਲਿਆ ਕੇ ਉਹਨਾਂ ਨੂੰ ਵੀ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਜਾਏਗਾ, ਜਿਹੜੀ ਨਈ ਯਰੂਸ਼ਲਮ ਦੇ ਬਾਹਰ ਹੋਣੀ ਹੈ, ਤਾਂ ਕਿ ਲੋਕ ਆਉਂਦਿਆਂ ਜਾਂਦਿਆਂ ਵੇਖਣ, ਉਹ ਇਹ ਨਸੀਹਤ ਕਰਨ ਕਿ ਕੀ ਹਾਲ ਹੈ। ਇਹ ਪੜ੍ਹ ਦਿਓ ਪਲੀਜ਼। ਬਿਲਕੁਲ ਜੀ। ਪ੍ਰਕਾਸ਼ ਦੀ ਪੋਥੀ ਬੁੱਕ ਆਫ ਰੈਵਲੇਸ਼ਨ ਮੁਕਾਸ਼ਵਾ 20 ਦੀ 7 ਤੇ 8 ਲਿਖਿਆ ਨਾ, ਉਹਦੇ ਵਿੱਚ ਜਦ ਉਹ 1000 ਵਰਾ ਪੂਰਾ ਹੋ ਗਿਆ, ਜਿਹੜਾ 1000 ਸਾਲਾ ਬਾਦਸ਼ਾਹੀ ਵਾਲਾ ਨਾ, ਜਦ ਉਹ 1000 ਵਰਾ ਪੂਰਾ ਹੋ ਗਿਆ ਤਾਂ ਸ਼ੈਤਾਨ ਆਪਣੀ ਕੈਦ ਤੋਂ ਛੱਡਿਆ ਜਾਵੇਗਾ। ਕੀ ਕਰੇਗਾ? ਅਤੇ ਉਹਨਾਂ ਕੌਮਾਂ ਨੂੰ ਜਿਹੜੀਆਂ ਧਰਤੀ ਦੀਆਂ ਚੌਹਾਂ ਕੁੰਟਾਂ ਵਿੱਚ ਹਨ, ਅਰਥਾਤ ਗੋਗ ਅਤੇ ਮਗੋਗ ਨੂੰ ਭਰਵਾਉਣ ਲਈ ਨਿਕਲੇਗਾ ਕਿ ਉਹਨਾਂ ਨੂੰ ਯੁੱਧ ਲਈ ਇਕੱਠਿਆਂ ਕਰੇ। ਉਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੈ। ਹਾਂਜੀ, ਅੱਗੇ ਉਹ ਸਾਰੀ ਧਰਤੀ ਉੱਤੇ ਚੜ੍ਹ ਪਏ ਅਤੇ ਸੰਤਾਂ ਦੇ ਡੇਰੇ
ਅਤੇ ਪਿਆਰੀ ਨਗਰੀ ਨੂੰ ਘੇਰਾ ਪਾ ਲਿਆ, ਮਤਲਬ ਜੇਰੂਸਲਮ। ਹਾਂ, ਫਿਰ ਕੀ ਹੋਏਗਾ? ਅਤੇ ਆਕਾਸ਼ ਉੱਤੋਂ ਅੱਗ ਉਤਰੀ ਅਤੇ ਉਹਨਾਂ ਨੂੰ ਚੱਟ ਕਰ ਗਈ। ਵਾਹ। ਹਾਂਜੀ, ਇਹ ਹੈਗਾ ਆਪਣੇ ਹਜ਼ਾਰ ਸਾਲਾ ਬਾਦਸ਼ਾਹੀ 1000 ਸਾਲਾ, ਹਾਂਜੀ, ਬਾਦਸ਼ਾਹੀ ਤੋਂ ਤੋਂ ਮਤਲਬ ਬਾਅਦ ਬਾਅਦ ਆ ਵਿਸ਼ਵਾਸੀਆਂ ਦਾ ਆਖਰੀ ਖਾਤਮਾ। ਉਸ ਤੋਂ ਬਾਅਦ ਫਿਰ ਜੱਜਮੈਂਟ। ਉਹਦੇ ਬਾਅਦ ਫਿਰ ਚਿੱਟੇ ਤਖਤ ਦੀ ਜੱਜਮੈਂਟ ਵਿੱਚ ਉਹ ਜਿਹੜੇ ਨਰਕਾਂ 'ਚ ਹੋਣਗੇ ਉਹਨਾਂ ਨੂੰ ਲਿਆ ਕੇ ਖਤਮ ਕਰਕੇ ਫਿਰ ਅਸੀਂ 21 ਚੈਪਟਰ ਵਿੱਚ ਅੱਗੇ ਅਸੀਂ ਨਇਆ ਯਰੂਸ਼ਲਮ ਵਿੱਚ। ਇਸ ਲਈ ਇਹ ਦੱਸ ਰਹੇ ਹਾਂ ਕਿ ਇਸ ਤਰ੍ਹਾਂ ਇਹ ਨਿਜ਼ਾਮ ਹੈ। ਸੋ ਅੱਜ ਕਿਹੜੀ ਆਇਤ ਖਤਮ ਹੋਈਆਂ ਨੇ? 22 ਚੈਪਟਰ ਦੀ ਦੂਸਰੀ ਹੈ। ਹਾਂਜੀ, ਆਪਾਂ 22 ਦੀ ਪ੍ਰਕਾਸ਼ ਦੀ ਪੋਥੀ ਦਾ ਬੁੱਕ ਆਫ ਰੈਵਲੇਸ਼ਨ ਮੁਕਾਸ਼ਵਾ 22 ਦੀ ਦੂਸਰੀ ਦੂਜੀ ਤੱਕ ਕਰ ਲਿਆ ਹੈ। ਹਾਂਜੀ, ਠੀਕ ਹੈ ਸਰ। ਹਾਂਜੀ, ਆਪਾਂ ਇੱਥੇ ਫਿਨਿਸ਼ ਕਰਦੇ ਹਾਂ ਜੀ। ਅੱਛਾ, ਹਾਂਜੀ, ਹਾਲੇਲੂਇਆ। ਪਰਮੇਸ਼ਰ ਪਿਤਾ, ਆਪ ਦਾ ਸ਼ੁਕਰ ਕਰਦੇ ਹਾਂ ਇਸ ਬਾਈਬਲ ਸਟੱਡੀ ਦੇ ਲਈ। ਆਪ ਦਾ ਸ਼ੁਕਰ ਕਰਦੇ ਹਾਂ ਪਰਮੇਸ਼ਰ ਪਿਤਾ, ਤੁਹਾਡਾ ਕਵਾਲ ਦੀ ਜ਼ਿੰਦਗੀ ਦੇ ਲਈ, ਇਸ ਸਮੇਂ ਦੇ ਲਈ ਪਰਮੇਸ਼ਰ ਪਿਤਾ ਆਪ ਨੂੰ ਦਿੰਦੇ ਹੋ। ਪਰਮੇਸ਼ਰ ਪਿਤਾ ਆ ਸਾਰੇ ਵਚਨ ਨੂੰ ਯਿਸੂ ਮਸੀਹ ਦੇ ਪਵਿੱਤਰ ਲਹੂ ਵਿੱਚ ਢੱਕਦੇ ਹਾਂ, ਪ੍ਰੋਟੈਕਟ ਕਰਦੇ ਹਾਂ, ਔਰ ਇਹ ਸਾਰੇ ਵਚਨ ਦੇ ਨਾਲ ਪਰਮੇਸ਼ਰ ਪਿਤਾ ਸਾਡੀ ਤਿਆਰੀ ਹੋ ਸਕੇ, ਕਿਉਂਕਿ ਕੋਈ ਵੀ ਇਹੋ ਜਿਹਾ ਇਨਸਾਨ ਪਰਮੇਸ਼ਰ ਪਿਤਾ ਨਾ ਹੋਵੇ ਜਿਸ ਨੂੰ ਆਪ ਦੇ ਵਚਨ ਦੇ ਬਾਰੇ ਨਹੀਂ ਪਤਾ ਲੱਗਾ। ਪਰਮੇਸ਼ਰ ਪਿਤਾ ਕੋਈ ਵੀ ਇਹੋ ਜਿਹਾ ਇਨਸਾਨ ਇਹੋ ਜਿਹਾ ਨਾ ਰਹੇ ਜੋ ਉਸ ਨੂੰ ਆਉਣ ਵਾਲੇ ਇਸ ਖਤਰੇ ਦੇ ਲਈ, ਜੋ ਪਰਮੇਸ਼ਰ ਪਿਤਾ ਜੋ ਨਰਕ ਤੇ ਅੱਗ ਦੀ ਸਜ਼ਾ ਹੈ ਪਰਮੇਸ਼ਰ ਪਿਤਾ, ਉਸ ਨੂੰ ਜਾਣ ਲਏ। ਲੋਕਾਂ ਨੂੰ ਪਰਮੇਸ਼ਰ ਪਿਤਾ ਸ਼ੈਤਾਨ ਜੋ ਇਸ ਸਮੇਂ ਭਰਮਾ ਰਿਹਾ ਹੈ ਪਰਮੇਸ਼ਰ ਪਿਤਾ, ਔਰ ਆਪੋ ਆਪਣੀ ਸੋਚ, ਆਪੋ ਆਪਣਾ ਗਿਆਨ, ਆਪੋ ਆਪਣੀ ਸਮਝ ਕਿੱਥੋਂ ਇਕੱਠੀ ਕਰਕੇ ਪਰਮੇਸ਼ਰ ਪਿਤਾ ਉਸ ਨੂੰ ਵਿਸ਼ਵਾਸ ਬਣਾ ਕੇ ਬੈਠੇ ਹਨ ਪਰਮੇਸ਼ਰ ਪਿਤਾ। ਇਹੋ ਜਿਹੇ ਸਾਰਾ ਅੰਧਾਪਨ ਯਿਸੂ ਮਸੀਹ ਨਾਮ ਦੇ ਵਿੱਚ ਦੂਰ ਹੋ ਜਾ ਪਰਮੇਸ਼ਰ ਪਿਤਾ, ਔਰ ਸੱਚ ਨੂੰ ਜਾਣ ਲੈਣ ਪਰਮੇਸ਼ਰ ਪਿਤਾ। ਲੋਕੀ ਆਪ ਦਾ ਡਰ ਦੁਨੀਆ ਦੇ ਵਿੱਚ ਆ ਜਾਏ ਪਰਮੇਸ਼ਰ ਪਿਤਾ। ਆਉਣ ਵਾਲੇ ਸਮੇਂ ਦਾ ਪਰਮੇਸ਼ਰ ਪਿਤਾ ਜੋ ਇੰਨਾ ਭਿਆਨਕ ਸਮਾਂ ਆ ਰਿਹਾ ਹੈ, ਉਹ ਲੋਕੀ ਡਰਨ ਪਰਮੇਸ਼ਰ ਪਿਤਾ, ਔਰ ਆਪ ਦੇ ਅੱਗੇ ਗੋਡੇ ਟੇਕਣ ਪਰਮੇਸ਼ਰ ਪਿਤਾ, ਆਪ ਤੋਂ ਮਾਫੀ ਮੰਗਣ ਪਰਮੇਸ਼ਰ ਪਿਤਾ, ਆਪਣੇ ਪਾਪਾਂ ਤੋਂ ਪਛਤਾਤਾਪ ਕਰਨ ਪਰਮੇਸ਼ਰ ਪਿਤਾ, ਆਪ ਨੂੰ ਜਾਣ ਲੈਣ, ਯਿਸੂ ਮਸੀਹ ਨੂੰ ਜਾਣ ਲੈਣ, ਸਮਝ ਲੈਣ ਕਿ ਯਿਸੂ ਮਸੀਹ ਹੀ ਰਾਹ, ਸੱਚ ਜ਼ਿੰਦਗੀ ਹੈ। ਉਹਨਾਂ ਨੂੰ ਪਤਾ ਲੱਗ ਜਾਏ ਕਿ ਆਹੀ ਹੀ ਮੌਕਾ ਹੈ, ਹੁਣ ਹੀ ਮੌਕਾ ਹੈ ਆਪਣੇ ਪਾਪਾਂ ਦਾ ਪਛਤਾਤਾਪ ਕਰਕੇ ਔਰ ਯਿਸੂ ਮਸੀਹ ਨੂੰ ਅਪਣਾਉਣ ਦੇ ਲਈ ਪਰਮੇਸ਼ਰ ਪਿਤਾ, ਤਾਂ ਕਿ ਉਹ ਪਾਪਾਂ ਦੀ ਸਜ਼ਾ ਤੋਂ ਬਚ ਸਕਣ ਪਰਮੇਸ਼ਰ ਪਿਤਾ। ਕੋਈ ਵੀ ਇਹੋ ਜਿਹਾ ਇਨਸਾਨ ਪਰਮੇਸ਼ਰ ਪਿਤਾ ਨਾ ਰਹੇ ਜਿਸ ਨੂੰ ਇਹ ਵਚਨ ਨਾ ਸਮਝ ਲੱਗੇ। ਆਪ ਦਾ ਪਵਿੱਤਰ ਆਤਮਾ ਪਰਮੇਸ਼ਰ ਪਿਤਾ, ਆਪ ਨੇ ਕਿਹਾ ਅੰਤ ਸਮੇਂ ਤੇ ਆਪ ਹਰ ਇੱਕ ਤੇ ਪਾਓਗੇ ਪਰਮੇਸ਼ਰ ਪਿਤਾ, ਆਪਣਾ ਪਵਿੱਤਰ ਆਤਮਾ ਭੇਜੋ ਪਰਮੇਸ਼ਰ ਪਿਤਾ, ਆਪ ਖਿੱਚ ਕੇ ਲੈ ਕੇ ਆਓ ਲੋਕਾਂ ਨੂੰ, ਰੂਹਾਨੀ ਅੰਧਾਪਨ ਦੂਰ ਹੋ ਜਾ ਪਰਮੇਸ਼ਰ ਪਿਤਾ, ਲੋਕੀ ਸਮਝ ਲੈਣ ਪਰਮੇਸ਼ਰ ਪਿਤਾ, ਲੋਕੀ ਸਮਝ ਲੈਣ ਪਰਮੇਸ਼ਰ ਪਿਤਾ ਸੱਚ ਕੀ ਆ ਪਰਮੇਸ਼ਰ ਪਿਤਾ, ਔਰ ਰਿਵਾਈਵਲ ਆ ਜਾ ਪਰਮੇਸ਼ਰ ਪਿਤਾ। ਇੱਕ ਇੱਕ ਮਸੀਹੀ ਭੈਣ ਭਰਾ ਨੂੰ ਯਿਸੂ ਮਸੀਹ ਦੇ ਪਰਮੇਸ਼ਰ ਪਿਤਾ ਦੇ ਨੇੜੇ ਆ ਜਾ ਪਰਮੇਸ਼ਰ ਪਿਤਾ, ਔਰ ਪਵਿੱਤਰ ਆਤਮਾ ਨਾਲ ਭਰ ਦਿਓ ਹਰ ਇੱਕ ਨੂੰ ਪਰਮੇਸ਼ਰ ਪਿਤਾ, ਔਰ ਸਾਨੂੰ ਇਸਤੇਮਾਲ ਕਰੋ ਇੱਕ ਮਸੀਹੀ ਭੈਣ ਭਰਾ ਨੂੰ ਪਰਮੇਸ਼ਰ ਪਿਤਾ, ਤਾਂ ਕਿ ਆਪ ਦਾ ਨਾਮ, ਆਪ ਦਾ ਖੁਸ਼ਖਬਰੀ ਦਾ ਸਮਾਚਾਰ ਪਹੁੰਚਾਇਆ ਜਾਏ ਪਰਮੇਸ਼ਰ ਪਿਤਾ। ਲੋਕੀ ਬਹੁਤਾਤ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਰਮੇਸ਼ਰ ਪਿਤਾ, ਲੱਖਾਂ ਦੀ ਗਿਣਤੀ ਦੇ ਵਿੱਚ ਪਛਤਾਤਾਪ ਕਰਨ, ਔਰ ਆਪ ਪਰਮੇਸ਼ਰ ਪਿਤਾ ਉਹ ਬਪਤਿਸਮੇ ਲੈਣ ਪਰਮੇਸ਼ਰ ਪਿਤਾ, ਬਚਾਏ ਜਾਣ। ਕਿਰਪਾ ਕਰੋ ਪਰਮੇਸ਼ਰ ਪਿਤਾ, ਰਿਵਾਈਵਲ ਆ ਜਾ ਪਰਮੇਸ਼ਰ ਪਿਤਾ, ਜਿਸ ਤਰ੍ਹਾਂ ਆਪਣੇ ਪਿਛਲੀ ਸਦੀ ਦੇ ਸ਼ੁਰੂ ਦੇ ਵਿੱਚ ਰਿਵਾਈਵਲ ਆਇਆ ਸੀ ਪਰਮੇਸ਼ਰ ਪਿਤਾ, ਇਹੋ ਜਿਹਾ ਰਿਵਾਈਵਲ ਆਵੇ ਪਰਮੇਸ਼ਰ ਪਿਤਾ। ਫਿਰ ਰਿਵਾਈਵਲ ਲੈ ਕੇ ਆਓ ਪਰਮੇਸ਼ਰ ਪਿਤਾ, ਦਇਆ ਕਰੋ, ਰਹਿਮ ਕਰੋ ਪਰਮੇਸ਼ਰ ਪਿਤਾ। ਇਸ ਦੁਨੀਆ ਤੇ ਜੋ ਗਵਾਚੇ ਹੋਏ ਹਨ, ਜੋ ਭੁੱਲੇ ਹੋਏ ਹਨ ਪਰਮੇਸ਼ਰ ਪਿਤਾ, ਉਹਨਾਂ ਨੂੰ ਪਤਾ ਲੱਗ ਜਾਏ, ਉਹਨਾਂ ਨੂੰ ਪਤਾ ਲੱਗ ਜਾਏ ਸੱਚ ਕੀ ਹੈ ਪਰਮੇਸ਼ਰ ਪਿਤਾ। ਇਹ ਸਭ ਕੁਝ ਮੰਗਦੇ ਹਾਂ ਆਪ ਦੇ ਇਕਲੌਤੇ ਪੁੱਤਰ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ।